ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਂਝੀ ਗੱਲਬਾਤ ਤੇ ਮੈਂ ਹਾਂ ਜਤਿੰਦਰ ਸਿੰਘ। ਅੱਜ ਫਿਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਇੱਕ ਵੱਖਰਾ ਵਿਸ਼ਾ ਲੈ ਕੇ, ਇੱਕ ਵੱਖਰਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਰੋਗ ਲੈ ਕੇ, ਔਰ ਉਹਦੇ ਇਲਾਜ ਕੀ ਨੇ, ਉਹਦੇ ਕਾਰਨ ਕੀ ਹੁੰਦੇ ਆ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਦਰਅਸਲ ਕੈਂਸਰ ਇੱਕ ਨਾਮਨਾਦ ਬਿਮਾਰੀ ਬਣ ਗਈ ਆ, ਔਰ ਸ਼ਾਇਦ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਇਹ ਜਾਣਦੇ ਹੋਣਗੇ ਕਿ ਕਿੰਨੀ ਤਰ੍ਹਾਂ ਦਾ ਕੈਂਸਰ ਹੁੰਦਾ ਹੈ, ਕਿਉਂਕਿ ਅੱਜ ਜੇਕਰ ਕਿਸੇ ਵੀ ਜਾਣਕਾਰ ਵਿਅਕਤੀ ਨੂੰ ਤੁਸੀਂ ਪੁੱਛਦੇ ਹੋ ਤਾਂ ਉਹਨਾਂ ਦੇ ਕੋਈ ਜਾਣਕਾਰ ਹੋਵੇ ਜਾਂ ਤੁਹਾਡਾ ਕੋਈ ਜਾਣਕਾਰ ਹੋਵੇ ਤਾਂ ਕੋਈ ਨਾ ਕੋਈ ਕੈਂਸਰ ਦੇ ਨਾਲ ਪੀੜਤ ਜ਼ਰੂਰ ਨਿਕਲ ਆਉਂਦਾ ਗਾ। ਚਾਹੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਸ ਬਿਮਾਰੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ, ਔਰ ਹਰੇਕ ਜਗ੍ਹਾ ਦੇ ਉੱਤੇ ਕਿਤੇ ਨਾ ਕਿਤੇ ਪੀੜਤ ਜਿਹੜਾ ਉਹ ਕੈਂਸਰ ਦੇ ਨਾਲ ਹੈਗਾ ਹੀ ਹੈ। ਪਰ ਕੈਂਸਰ ਕਿੰਨੀ ਤਰ੍ਹਾਂ ਦੀ ਹੁੰਦੀ ਹੈ, ਇਸ ਬਾਰੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਪੰਜਾਬ ਦੇ ਵਿੱਚ ਨਹੀਂ ਜਾਣਦੇ ਹੋਣਗੇ। ਹਾਲਾਂਕਿ ਆਪਾਂ ਕਹੀਏ ਕਿ ਦੇਸ਼ ਦੇ ਵਿੱਚ, ਦੁਨੀਆ ਭਰ ਦੇ ਵਿੱਚ ਲੋਕ ਜਿਹੜੇ ਆ ਉਹ ਇਸ ਬਾਰੇ ਜਾਣਕਾਰੀ ਨਹੀਂ ਰੱਖਦੇ, ਕਿਉਂਕਿ ਜਦੋਂ ਇਨਸਾਨ ਕਿਸੇ ਬਿਮਾਰੀ ਦੇ ਨਾਲ ਪੀੜਤ ਹੋ ਜਾਂਦਾ ਤਾਂ ਉਸ ਤੋਂ ਬਾਅਦ ਹੀ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹਦੇ ਕਾਰਨ ਕੀ ਨੇ, ਇਹ ਕਿਉਂ ਹੋ ਰਿਹਾ ਗਾ, ਬਹੁਤਾਤ ਦੇ ਵਿੱਚ ਕਿਉਂ ਲੋਕਾਂ ਤੱਕ ਪਹੁੰਚ ਰਿਹਾ, ਇਹਦਾ ਇਲਾਜ ਜਿਹੜਾ ਉਹ ਕਿਵੇਂ ਕੀਤਾ ਜਾ ਸਕਦਾ ਹੈ। ਤਾਂ ਅੱਜ ਇਸੇ ਤਰ੍ਹਾਂ ਦਾ ਹੀ ਇੱਕ ਕੈਂਸਰ ਦੇ ਵਿੱਚੋਂ ਵਿਸ਼ਾ ਆ ਦਿਮਾਗੀ ਕੈਂਸਰ ਦਾ, ਯਾਨੀ ਕਿ ਬ੍ਰੇਨ ਕੈਂਸਰ। ਉਹਦੇ ਤੇ ਗੱਲਬਾਤ ਕਰਾਂਗੇ, ਉਹਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਾਰਨ ਕਿਹੜੇ ਕਿਹੜੇ ਨੇ ਔਰ ਕਿਸ ਤਰੀਕੇ ਨਾਲ ਕੋਈ ਵਿਅਕਤੀ ਇਹ ਪਤਾ ਲਵਾ ਸਕਦਾ ਹੈ ਕਿ ਹਾਂ ਉਸ ਨੂੰ ਬ੍ਰੇਨ ਕੈਂਸਰ ਹੈ, ਉਹਦੇ ਲੱਛਣ ਕੀ ਨੇ, ਕਿਵੇਂ ਪਤਾ ਲੱਗ ਸਕਦਾ, ਸਿੰਪਟਮ ਕੀ ਹੁੰਦੇ ਆ। ਇਹ ਸਾਰੀ ਚੀਜ਼ ਦੇ ਉੱਤੇ ਗੱਲਬਾਤ ਕਰਾਂਗੇ, ਔਰ ਗੱਲਬਾਤ ਕਰਨ ਦੇ ਲਈ ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਜੁੜਨਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਉਹਨਾਂ ਦਾ, ਤੇ ਫਿਰ ਇੱਕ ਇੱਕ ਕਰਕੇ ਉਹਨਾਂ ਤੋਂ ਇਹਦੇ ਕਾਰਨ, ਇਹਦੇ ਇਲਾਜ ਬਾਰੇ ਹੋਰ ਸਾਰੀ ਜਾਣਕਾਰੀ ਜਿਹੜੀ ਹਾਸਲ ਕਰਾਂਗੇ। ਡਾਕਟਰ ਹਰਸ਼ਿੰਦਰ, ਸਭ ਤੋਂ ਪਹਿਲਾਂ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਆਪਾਂ ਅੱਜ ਗੱਲ ਬ੍ਰੇਨ ਕੈਂਸਰ ਦੀ ਕਰਨੀ ਹੈ ਜੀ, ਔਰ ਬ੍ਰੇਨ ਕੈਂਸਰ ਦਾ ਦੱਸਿਓ ਕਿ ਇਹਦੇ ਜਿਹੜੇ ਲੱਛਣ ਆ ਉਹ ਕਿਵੇਂ ਪਤਾ ਲੱਗਦੇ ਆ, ਔਰ ਬ੍ਰੇਨ ਕੈਂਸਰ ਅਸਲ ਦੇ ਵਿੱਚ ਹੈ ਕੀ ਹੈ। ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਹਿ ਰਿਹਾ ਸੀ ਕਿ ਅੱਜ ਇੰਨੇ ਕੈਂਸਰ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਕੈਂਸਰ ਆ, ਉਹਦਾ ਕਾਰਨ ਕੀ ਹੈ, ਇਹ ਕਿਵੇਂ ਕਿਸੇ ਨੂੰ ਹੋ ਗਿਆ, ਔਰ ਇਹਦੇ ਸਿੰਪਟਮ ਕੀ ਸੀਗੇ, ਫਿਰ ਸਟੇਜ ਕਿਹੜੀ ਤੇ ਪਹੁੰਚ ਗਿਆ। ਲੋਕਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਜਦੋਂ ਹਸਪਤਾਲਾਂ 'ਚ ਜਾਂਦੇ ਆ ਤਾਂ ਫਿਰ ਜਿਵੇਂ ਅਗਲੇ ਨੇ ਦੱਸ ਦਿੱਤਾ ਉਦੋਂ ਪਤਾ ਲੱਗਦਾ ਕਿ ਹਾਂ ਇਹ ਪਹਿਲੀ ਸਟੇਜ ਹੈ, ਦੂਜੀ ਸਟੇਜ ਹੈ, ਇਹਦਾ ਇਲਾਜ ਹੈ ਜਾਂ ਨਹੀਂ ਹੈ। ਤਾਂ ਦਿਮਾਗ ਦਾ ਜਿਹੜਾ ਕੈਂਸਰ ਹੈ ਜਾਂ ਬ੍ਰੇਨ ਕੈਂਸਰ ਹੈ, ਉਹਦੇ ਬਾਰੇ ਦੱਸਿਓ ਕਿ ਹੈ ਕੀ ਅਸਲ ਦੇ ਵਿੱਚ, ਜਿਹੜੇ ਲੋਕ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਆ, ਜਾਂ ਕਹਿ ਲਈਏ ਕਿ ਜਦੋਂ ਕਿਤੇ ਸਿੰਪਟਮ ਉਹਨਾਂ ਨੂੰ ਨਜ਼ਰ ਆਉਣ ਤੇ ਘੱਟੋ ਘੱਟ ਉਹਨਾਂ ਨੂੰ ਪਤਾ ਹੋਵੇ ਵੀ ਭਾਈ ਆਹ ਚੀਜ਼ ਦਾ ਸਾਨੂੰ ਚੈੱਕਅਪ ਕਰਾ ਲੈਣਾ ਚਾਹੀਦਾ। ਬਿਲਕੁਲ, ਤੁਸੀਂ ਜੀ ਬੜੀ ਵਧੀਆ ਜੀ ਗੱਲ ਨਾਲ ਸ਼ੁਰੂ ਕੀਤਾ ਹੈ ਕਿ ਕੋਈ ਵਿਰਲਾ, ਮੈਨੂੰ ਨਹੀਂ ਲੱਗਦਾ ਕੋਈ ਵੀ ਹੋਏਗਾ ਜਿਹਦੇ ਜਾਣਕਾਰ ਜਾਂ ਤਾਂ ਦੋਸਤ ਮਿੱਤਰ, ਆਂਢ ਗੁਆਂਢ ਦੇ ਵਿੱਚ ਜਾਂ ਰਿਸ਼ਤੇਦਾਰੀ ਵਿੱਚ ਜਾਂ ਘਰ ਦੇ ਵਿੱਚ ਕਿਸੇ ਕੈਂਸਰ ਦਾ ਇਸ ਵੇਲੇ ਸ਼ਬਦ ਨਾ ਸੁਣਿਆ ਹੋਵੇ। ਕਿਸੇ ਵੀ ਥਾਂ ਤੇ ਅਸੀਂ ਚਲੇ ਜਾਈਏ, ਉਸ ਕਾਲੋਨੀ ਵਿੱਚ ਜਾਂ ਉਹਦੇ ਦੋਸਤਾਂ ਮਿੱਤਰਾਂ ਦੇ ਵਿੱਚ ਜਾਂ ਉਹਨਾਂ ਦੋਸਤਾਂ ਮਿੱਤਰਾਂ ਦੇ ਘਰਾਂ ਵਿੱਚ ਕੈਂਸਰ ਨੇ ਇਸ ਵੇਲੇ ਆਪਣੇ ਪੈਰ ਪਸਾਰੇ ਹੋਏ। ਸੋ ਜਿਸ ਤਰੀਕੇ ਦਾ ਚੁਫੇਰੇ ਸਾਨੂੰ ਦਿਸ ਰਿਹਾ ਕਿ ਇਹਦਾ ਫੈਲਾਅ ਹੋ ਰਿਹਾ ਹੈ ਕੈਂਸਰ ਦਾ, ਉਹਦੇ 'ਚ ਜਿਵੇਂ ਆਪਾਂ ਪਿਛਲੇ ਐਪੀਸੋਡ 'ਚ ਵੀ ਦੱਸਣਾ ਚਾਹਿਆ ਸੀ ਕਿ ਹਰ ਬਿਮਾਰੀ ਆਪਣੇ ਲੱਛਣ ਜ਼ਰੂਰ ਦੱਸਦੀ ਜੇ, ਸਿਰਫ ਸਾਨੂੰ ਪਤਾ ਨਾ ਹੋਣ ਕਾਰਨ ਉਹ ਵੱਧ ਜਾਂਦੀ। ਸੋ ਸਾਡਾ ਇਹ ਸੀਰੀਜ਼ ਜੋ ਅਸੀਂ ਕੈਂਸਰ ਤੇ ਹੀ ਲੋਕਾਂ ਦੀ ਮੰਗ ਦੇ ਨਾਲ ਸ਼ੁਰੂ ਕੀਤੀ ਕਿ ਸਾਡੇ ਇੱਥੇ ਕੈਂਸਰ ਬਾਰੇ ਸਾਨੂੰ ਜਦੋਂ ਸ਼ੱਕ ਤਾਂ ਪਾ ਦਿੰਦੇ ਨੇ, ਫਿਰ 6-6 ਮਹੀਨੇ ਤੱਕ ਕਈ ਵਾਰ ਸਾਨੂੰ ਟੈਸਟਾਂ ਦਾ ਟਾਈਮ ਨਹੀਂ ਮਿਲਦਾ। ਬਹੁਤ ਸਾਰੇ ਨੇ ਜਿਹੜੇ ਭਾਰਤ ਵਿੱਚ ਪਹੁੰਚ ਕੇ ਇੱਥੇ ਆ ਕੇ ਪੰਜਾਬ ਅੰਦਰ ਜਾਂ ਹੋਰ ਸੈਂਟਰਾਂ ਵਿੱਚ ਜਾ ਕੇ ਆਪਣੇ ਟੈਸਟ ਕਰਵਾ ਕੇ ਤੇ ਫਿਰ ਵਾਪਸ ਜਾਂਦੇ ਨੇ ਇਲਾਜ ਲਈ, ਜਾਂ ਫਿਰ ਕੁਝ ਇੱਥੇ ਹੀ ਕੈਂਸਰ ਇੰਸਟੀਚਿਊਟ ਦੇ ਵਿੱਚ ਟ੍ਰੀਟਮੈਂਟ ਵੀ ਕਰਵਾ ਰਹੇ ਨੇ। ਸੋ ਇਸੇ ਲਈ ਜ਼ਰੂਰੀ ਜੇ ਸ਼ੁਰੂਆਤੀ ਲੱਛਣ ਸਾਨੂੰ ਪਤਾ ਲੱਗ ਜਾਣ ਜਾਂ ਪਤਾ ਹੋਵੇ ਕਿਉਂ ਹੋ ਰਿਹਾ, ਉਸ ਤੋਂ ਬਚਾਅ ਹੋ ਸਕੇ ਤਾਂ ਬਿਹਤਰ ਹੈ। ਪਰ ਜਿੰਨੇ ਵੀ ਮੈਂ ਬੇਨਤੀ ਕਰਾਂਗੀ ਡਿਪਰੈਸ਼ਨ ਦੇ ਸ਼ਿਕਾਰ ਨੇ, ਬੜੀ ਵੱਡੀ ਗਿਣਤੀ, ਕੋਈ ਥੋੜੀ ਨਹੀਂ ਜੇ। ਜੇ ਅਸੀਂ ਵਿਸ਼ਵ ਸਿਹਤ ਸੰਸਥਾ ਦੇ ਹਿਸਾਬ ਨਾਲ ਵੀ ਜਾਈਏ ਤਾਂ ਅੱਜ ਦੀ ਦਿਹਾੜੀ ਤੇ ਉਹ ਕਹਿੰਦੇ ਨੇ 62.8% ਲੋਕ ਦੇ ਹੈਗੇ ਨੇ ਨੇੜੇ ਤੇੜੇ ਦੁਨੀਆ ਭਰ ਦੇ ਜਿਹੜੇ ਡਿਪਰੈਸ਼ਨ ਕਿਸੇ ਨਾ ਕਿਸੇ ਵੇਲੇ ਜ਼ਰੂਰ ਸਹੇੜਦੇ ਜੀ। ਮੇਰੀ ਉਹਨਾਂ ਦੇ ਅੱਗੇ ਅਰਜ਼ ਹੈ, ਇੱਕ ਵਾਰ ਟਾਟਾ ਮੈਮੋਰੀਅਲ ਹਸਪੀਟਲ ਦੇ ਵਿੱਚ ਜਾਂ ਕਿਸੇ ਵੀ ਕੈਂਸਰ ਇੰਸਟੀਚਿਊਟ ਦੇ ਵਿੱਚ ਇੱਕ ਗੇੜਾ ਜ਼ਰੂਰ ਲਾ ਕੇ ਆਇਓ। ਇੱਕ ਦਿਨ, ਸਿਰਫ ਇੱਕ ਦਿਨ ਬਿਤਾ ਕੇ ਆਇਓ ਉੱਥੇ ਸਾਰਿਆਂ ਨਾਲ ਜੋ ਜੂਝਦੇ ਨੇ ਇਸ ਬਿਮਾਰੀ ਨਾਲ, ਐਂਡ ਸਟੇਜ ਵਾਲਿਆਂ 'ਚ ਵੀ ਮਿਲ ਕੇ ਆਇਓ। ਤੁਹਾਨੂੰ ਅੰਦਾਜ਼ਾ ਹੋਏਗਾ ਕੁਦਰਤ ਨੇ ਕੀ ਕੁਝ ਨਵਾਜਿਆ ਹੋਇਆ ਤੁਹਾਨੂੰ, ਇਹਨਾਂ ਬਿਮਾਰੀਆਂ ਤੋਂ ਤੁਸੀਂ ਮੁਕਤ ਹੋ ਤੇ ਉਹਦੇ ਹੋਣ ਦੇ ਨਾਲ ਤੁਸੀਂ ਇੰਨਾ ਕੁਛ
ਯਾਨੀ ਤੁਹਾਡੇ ਕੋਲ ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ, ਤੁਰ ਸਕਦੇ ਹੋ, 2 ਵੇਲੇ ਦੀ ਰੋਟੀ ਦਾ ਜੁਗਾੜ ਹੈ, ਫਿਰ ਡਿਪਰੈਸ਼ਨ ਕਿਸ ਦੀ? ਯਾਨੀ ਜੇ ਤੁਸੀਂ ਅੱਜ ਸਭ ਕੁਝ ਹੁੰਦਿਆਂ ਵੀ ਡਿਪਰੈਸਡ ਫੀਲ ਕਰ ਰਹੇ ਹੋ ਤਾਂ ਇਸ ਥਾਂ ਤੇ ਜਾਇਓ ਜ਼ਰੂਰ। ਉਹਨਾਂ ਤੋਂ ਤੁਹਾਨੂੰ ਖੁਸ਼ੀ ਉਧਾਰੀ ਮਿਲ ਜਾਏਗੀ, ਕਿਉਂਕਿ ਜਿਹੜੇ ਬੱਚੇ ਉਸ ਸਟੇਜ ਦੇ ਜੂਝਦੇ, ਮੈਂ ਆਪ ਆਪਣੀ ਅੱਖੀਂ ਵੇਖੇ ਨੇ ਕੈਂਸਰ ਦੇ ਉਹ ਬੱਚੇ ਜਿਹੜੇ ਜੰਗ ਜਿੱਤਦੇ ਨੇ, ਕਿਸ ਤਰੀਕੇ ਉਹ ਸਗੋਂ ਤੁਹਾਨੂੰ ਮੁਸਕਰਾ ਕੇ ਮਿਲਦੇ ਨੇ। ਬਤੌਰ ਡਾਕਟਰ ਸਾਡਾ ਕਈ ਵਾਰ ਦਿਲ ਰੋਂਦਾ ਹੁੰਦਾ, ਜੀ ਪਰ ਜਦ ਅੱਖਾਂ ਦੇ ਹੰਝੂ ਲੁਕਾ ਕੇ ਮੁਸਕਾਨ ਦੇ ਨਾਲੇ ਬੱਚਿਆਂ ਨੂੰ ਮਿਲੋ ਨਾ, ਜਿਹੜੀ ਉਹ ਵਾਪਸ ਮੁਸਕਾਨ ਬਿਖੇਰਦੇ ਨੇ, ਫਿਰ ਕਹਿੰਦੇ ਨੇ ਡਾਕਟਰ ਆਂਟੀ ਮੈਂ ਠੀਕ ਹੋਵਾਂਗਾ ਨਾ। ਸੱਚ ਜਾਣਿਓ, ਦਿਲ ਕਰਦਾ ਭੁੱਬਾ ਮਾਰ ਕੇ ਰੋਈਏ, ਪਰ ਉਹਦੀ ਮੁਸਕਾਨ ਦੇ ਅੱਗੇ ਅਸੀਂ ਨਿਰੁੱਤਰ ਹੁੰਦੇ ਆ, ਉਹਨੂੰ ਦੇਣਾ ਹੀ ਪੈਂਦਾ ਹੌਸਲਾ, ਜੱਫੀ ਵੀ ਬਾਣੀ ਪੈਂਦੀ ਹੈ। ਨਹੀਂ ਪੁੱਤਰਾ ਤੂੰ ਠੀਕ ਹੋ ਜਾਏਗਾ। ਤੇ ਜਿਹੜੀ ਉਹਦਾ ਸ਼ੁਕਰਾਨਾ ਅੱਖਾਂ ਵਿੱਚੋਂ ਇਹ ਦਿਸਦਾ ਕਿ ਹਾਂ ਮੈਂ ਠੀਕ ਹੋਵਾਂਗਾ। ਤੇ ਬੜੀ ਵਾਰ ਅਸੀਂ ਉਹਨਾਂ ਨੂੰ ਇਹ ਜੰਗ ਜਿੱਤਦਿਆਂ ਵੀ ਦੇਖਿਆ। ਮੇਰਾ ਖਿਆਲ ਹੈ ਕਿ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਨੇ ਉਹਨਾਂ ਨੂੰ ਜ਼ਰੂਰ ਇਸ ਥਾਂ ਤੇ ਜੇ ਫਿਰ ਕੇ ਆਉਣਗੇ, ਡਿਪਰੈਸ਼ਨ ਨੇੜੇ ਤੇੜੇ ਨਹੀਂ ਆਏਗੀ, ਸਿਰਫ ਸ਼ੁਕਰਾਨਾ ਕਰਦੇ ਨਿਕਲਣਗੇ। ਸੋ ਥੋੜਾ ਜਿਹਾ ਅਸੀਂ ਆਪਣੀ ਜ਼ਿੰਦਗੀ ਵੱਲ ਧਿਆਨ ਦਈਏ, ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰੀਏ, ਕਿਉਂਕਿ ਕੈਂਸਰ ਸਾਨੂੰ ਨਹੀਂ ਪਤਾ ਕਦੋਂ ਸਾਨੂੰ ਚੱਕਣ ਵਾਲੇ ਨੇ, ਕਦੋਂ ਇਹਨਾਂ ਦਾ ਸ਼ੁਰੂ ਹੋ ਜਾਣਾ। ਅਸਲ 'ਚ ਦਿਮਾਗ ਦੀ ਜਿਵੇਂ ਤੁਸੀਂ ਗੱਲ ਕੀਤੀ, ਇਹਦਾ ਸਿਰਫ ਕੈਂਸਰ ਹੀ ਨਹੀਂ, ਇਹਦੇ 'ਚ ਰਸੌਲੀਆਂ ਅਣਗਿਣਤ ਨੇ। ਸਿਰਫ 1/3 ਰਸੌਲੀਆਂ ਨੇ ਜਿਹੜੀਆਂ ਕੈਂਸਰ ਕਰਦੀਆਂ, ਪਰ ਹਰ ਕਿਸਮ ਦੀ ਰਸੌਲੀ ਕੁਝ ਨਾ ਕੁਝ ਯਾਨੀ ਆਪਣੀ ਵਾਰ ਕਰਕੇ ਹੀ ਜਾਂਦੀ ਜੇ। ਭਾਵੇਂ ਉਹ ਕੈਂਸਰ ਨਾ ਵੀ ਹੋਵੇ, ਪੂਰੀ ਤਰ੍ਹਾਂ ਠੀਕ ਹੋਣ ਵਾਲੀ ਵੀ ਹੋਏ, ਫਿਰ ਵੀ ਸੋਚਣ ਸਮਝਣ ਦੀ ਸ਼ਕਤੀ, ਯਾਦਾਸ਼ਤ ਦੀ ਸ਼ਕਤੀ, ਕਿਸੇ ਹਿੱਸੇ ਦੀ ਕਮਜ਼ੋਰੀ, ਬਹੁਤ ਕੁਝ ਜੇ ਜਿਹੜਾ ਉਹ ਪਿੱਛੇ ਛੱਡ ਜਾਂਦੀ ਜੇ। ਸੋ ਇਸੇ ਲਈ ਲੱਛਣਾਂ ਤੇ ਆਪਾਂ ਨੂੰ ਬਹੁਤ ਜ਼ੋਰ ਦੇਣਾ ਪਏਗਾ, ਕਿਉਂਕਿ ਇਹ ਰਸੌਲੀਆਂ ਸਿਰਫ ਅਲੱਗ-ਅਲੱਗ ਹਿੱਸਿਆਂ ਤੋਂ, ਯਾਨੀ ਕੁਝ ਸਿਰੇ ਦੇ ਅਗਲੇ ਹਿੱਸੇ ਚੋਂ, ਕੁਝ ਪਾਸੇ ਤੋਂ, ਕੁਝ ਕੰਨ ਦੇ ਨੇੜਿਓਂ, ਕੁਝ ਪਿਛਲੇ ਹਿੱਸੇ ਤੋਂ, ਕੁਝ ਰੀੜ੍ਹ ਦੀ ਹੱਡੀ ਤੋਂ, ਬਹੁਤ ਥਾਵਾਂ ਤੋਂ ਨੇ ਸ਼ੁਰੂ ਹੁੰਦੀਆਂ ਨੇ, ਵੱਖੋ ਵੱਖ ਲੱਛਣ ਦਿੰਦੀਆਂ ਨੇ। ਕੁਝ ਆਪ ਵੱਧ ਕੇ, ਕੁਝ ਜਿਹੜੀ ਲਹੂ ਦੀਆਂ ਨਸਾਂ ਜਾ ਰਹੀਆਂ ਨੇ ਉਹਨਾਂ ਨੂੰ ਦੱਬ ਕੇ, ਕੁਝ ਦਿਮਾਗ ਅੰਦਰਲੇ ਪਾਣੀ ਜਿਹੜਾ ਸਾਡਾ ਹੁੰਦਾ ਖੁਰਾਕ ਪਹੁੰਚਾਉਂਦਾ, ਉਹਦਾ ਰਾਹ ਦੱਬ ਕੇ, ਵੱਖੋ ਵੱਖਰੀ ਤਰ੍ਹਾਂ ਦੇ ਲੱਛਣ ਉਹ ਸਾਰੀਆਂ ਪੈਦਾ ਕਰ ਸਕਦੀਆਂ ਨੇ। ਕੁਝ ਅਜਿਹੀਆਂ ਨੇ ਜਿਹੜੀਆਂ ਪਾਈਨੀਅਲ ਗਲੈਂਡ, ਯਾਨੀ ਸਾਡੇ ਜਿਹੜਾ ਦਿਮਾਗ ਵਿਚਲੇ ਗਲੈਂਡ ਤੋਂ ਸ਼ੁਰੂ ਹੁੰਦੀਆਂ ਨੇ, ਜਿਹੜੇ ਹਾਰਮੋਨ ਪੂਰੇ ਗੜਬੜ ਕਰ ਦਿੰਦੀਆਂ ਨੇ। ਸੋ ਉਹ ਕਈ ਵਾਰ ਲੱਛਣ ਸ਼ੁਰੂਆਤੀ ਦੌਰ ਦੇ ਇੰਨੇ ਕੁ ਆਮ ਜਿਹੇ ਦਿਸਦੇ ਨੇ ਕਿ ਅਸੀਂ ਉਹਨਾਂ ਨੂੰ ਰਸੌਲੀ ਗਿਣਦੇ ਹੀ ਨਹੀਂ, ਸਾਨੂੰ ਇਹ ਨਹੀਂ ਅੰਦਾਜ਼ਾ ਹੁੰਦਾ ਵੀ ਇਹ ਵੀ ਕੋਈ ਬਿਮਾਰੀ ਹੈ, ਛੱਡ ਪਰਾਂ, ਇਹਦੀ ਤਾਂ ਆਪਾਂ ਬਸ ਕੋਈ ਨਾ ਖਾ ਲਵਾਂਗੇ ਕੋਈ ਦਵਾਈ, ਤੇ ਇਹ ਪਤਾ ਹੀ ਨਹੀਂ ਹੁੰਦਾ ਕਿ ਅਗਲੇ ਦਿਨ ਖਰੇ ਅੱਖਾਂ ਨੇ ਕੰਮਕਾਰ ਤੋਂ ਜਵਾਬ ਦੇ ਦੇਣਾ, ਜਾਂ ਲਹੂ ਦਾ ਵਹਾਓ ਬੰਦ ਹੋਇਆ, ਤੁਹਾਡਾ ਸੁਣਨੋਂ ਰਹਿ ਜਾਣਾ, ਪਾਸਾ ਮਾਰਿਆ ਜਾਣਾ, ਹੱਥ ਸੁੰਨ ਹੋ ਜਾਣੇ ਨੇ, ਮੂੰਹ ਦਾ ਲਕਵਾ ਮਾਰਿਆ ਜਾਣਾ, ਬਹੁਤ ਕੁਛ ਜੇ, ਜਿਨ੍ਹਾਂ ਵਿੱਚ ਇੱਕ ਸਭ ਤੋਂ ਡਰਾਵਨਾ ਜਿਹਾ ਨਾਮ ਮੈਨਿੰਜੀਓਮਾ ਜੇ, ਜੀ, ਜੋ ਦਿਮਾਗ ਦੀਆਂ ਪਰਤਾਂ ਨੇ ਬਾਹਰੋਂ ਉਹਨੂੰ ਕੱਜਦੀਆਂ, ਉਹਨਾਂ ਤੋਂ ਸ਼ੁਰੂ ਹੁੰਦਾ ਜੇ। ਇਹ ਜ਼ਿਆਦਾਤਰ ਵੈਸੇ ਇਹ ਨਹੀਂ ਹੁੰਦਾ, ਕੈਂਸਰ ਰਸੌਲੀ ਹੈ, ਪਰ ਇਹ ਵੀ ਕੈਂਸਰ ਚ ਤਬਦੀਲ ਹੋ ਜਾਂਦਾ ਕਈ ਕਿਸਮਾਂ ਚ। ਸੋ ਯਾਨੀ ਬਹੁਤ ਕੁਛ ਜੇ ਜਿਹੜੇ ਖਾਸ ਤੌਰ ਤੇ ਇੱਕ ਕੰਨ ਦੇ ਜਿਵੇਂ ਇੱਥੋਂ ਸੁਣਨ ਵਾਲੀ ਨਸ ਤੋਂ ਅਕੂਸਟਿਕ ਨਿਊਰੋਮਾ ਸ਼ੁਰੂ ਹੁੰਦਾ ਜੇ। ਸੋ ਵੱਖੋ ਵੱਖਰੀਆਂ ਨੇ, ਕੁਝ ਜਿਨ੍ਹਾਂ ਚ ਕੁਝ ਜ਼ਹਿਰੀ ਕੈਂਸਰ ਨੇ ਜਿਨ੍ਹਾਂ ਨੂੰ ਅਸੀਂ ਗਿਣਦੇ ਹਾਂ ਕਿ ਜਿਵੇਂ ਐਸਟ੍ਰੋਸਾਈਟੋਮਾ, ਗਲਾਇਓਬਲਾਸਟੋਮਾ, ਮੈਡੂਲੋਬਲਾਸਟੋਮਾ ਜਾਂ ਐਪਨਡਾਈਮੋਮਾ, ਕੁਛ ਏਦਾਂ ਦੇ ਜਿਹੜੇ ਨਾਮ ਜਿਵੇਂ ਸੁਣਨ ਚ ਖਤਰਨਾਕ ਲੱਗਦੇ ਨੇ, ਉਨੇ ਹੀ ਭਿਆਨਕ ਇਹ ਕੈਂਸਰ ਨੇ ਜਿਹੜੀ ਜਾਨ ਲਏ ਬਗੈਰ ਜਾਂਦੇ ਜੀ। ਸੋ ਮੈਡੂਲੋਬਲਾਸਟੋਮਾ ਆਮ ਤੌਰ ਤੇ ਬੱਚਿਆਂ ਚ ਕਾਫੀ ਦਿਸਦਾ ਜੇ, ਖਾਸ ਤੌਰ ਤੇ ਮੁੰਡਿਆਂ ਵਿੱਚ। ਇਸੇ ਤਰ੍ਹਾਂ ਔਰਤਾਂ ਚ ਮੈਨਿੰਜੀਓਮਾ ਜ਼ਿਆਦਾ ਹੁੰਦਾ ਜੇ। ਸੋ ਵੱਖੋ ਵੱਖਰੇ ਕੈਂਸਰ ਨੇ ਜਿਹੜੇ ਨਾ ਸਿਰਫ ਸੈਕਸ ਦੇ ਉੱਤੇ ਵੀ ਆਧਾਰਿਤ ਹੁੰਦੇ ਨੇ, ਤੇ ਕੁਝ ਜਿਹੜੀਆਂ ਕਾਰਨ ਜਿਹੜੇ ਜ਼ਰੂਰ ਆਪਾਂ ਦੱਸਣਾ ਚਾਹਾਂਗੇ ਬਾਅਦ ਵਿੱਚ, ਕਿਉਂਕਿ ਇਹ ਕੋਈ ਛੋਟੀ ਮੋਟੀ ਗਿਣਤੀ ਦੇ ਨਹੀਂ ਨੇ ਜੀ। ਇਕੱਲੇ ਅਮਰੀਕਾ ਵਿੱਚ ਤੁਸੀਂ ਅੰਦਾਜ਼ਾ ਲਾਓ ਕਿ ਹਰ 5 ਜਣਿਆਂ ਦੇ ਪਿੱਛੇ ਸਾਲ ਵਿੱਚ ਇੱਕ ਨੂੰ ਦਿਮਾਗ ਦੀ ਕਿਸੇ ਨਾ ਕਿਸੇ ਕਿਸਮ ਦੀ ਰਸੌਲੀ ਜਾਂ ਪਾਣੀ ਦੇ ਵਹਾਓ ਵਿੱਚ ਰੋਕਾ ਜਾਂ ਉਹਦੇ ਨਸਾਂ ਦੇ ਵਿੱਚ, ਯਾਨੀ ਇਹ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਜੇ। ਤੇ ਜੇ ਆਪਾਂ ਗੱਲ ਕਰੀਏ ਸਿਰਫ 15 ਸਾਲ ਤੋਂ ਛੋਟੇ ਬੱਚਿਆਂ ਦੀ, ਇਹਨਾਂ ਵਿੱਚ ਹਰ ਸਾਲ ਇਕੱਲੇ ਅਮਰੀਕਾ ਵਿੱਚ 4100 ਬੱਚੇ ਪੀੜਤ ਹੁੰਦੇ ਨੇ, ਇਕੱਲੇ ਅਮਰੀਕਾ 'ਚ।
ਜੀ जरा बाकी अंदाजा ला लो ਜਿਹੜੇ ਕਿ ਗਰੀਬੀ ਦੇ ਹਾਲ ਵਿੱਚ, ਜੋ ਗਰੀਬੀ ਜਿਨ੍ਹਾਂ ਨੂੰ ਚੱਪ ਜਾਂਦੀ ਹੈ, ਇਲਾਜ ਹੀ ਨਹੀਂ ਕਰਵਾ ਸਕਦੇ, ਪਹੁੰਚਦੇ ਹੀ ਨਹੀਂ, ਉਹਨਾਂ ਦੀ ਕਿੰਨੀ ਕੁ ਵੱਡੀ ਇਹ ਤਾਦਾਦ ਹੋਏਗੀ, ਜਿਹੜੀ ਸਾਡੇ ਕੋਲ ਐਗਜ਼ੈਕਟ ਫਿਗਰ ਹੀ ਨਹੀਂ ਹੈ। ਪਰ ਇਹ ਮੰਨ ਲਿਆ ਗਿਆ ਕਿ ਡਿਵੈਲਪਿੰਗ ਕੰਟਰੀਜ਼ ਵਿੱਚ ਇਹ ਰੇਟ ਸ਼ਾਇਦ 2 to 3 ਟਾਈਮਸ ਹੋਏਗਾ। ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਵੱਡੀ ਗਿਣਤੀ ਸਾਡੇ ਇਹ ਕੈਂਸਰ ਦੇ, ਦਿਮਾਗ ਦੇ ਕੈਂਸਰ ਦੇ ਇਸ ਵੇਲੇ ਮਰੀਜ਼, ਜੋ ਕਿ ਸਿਰਫ ਦਿਮਾਗ ਤੋਂ ਉਪਜਿਆ ਨਹੀਂ, ਛਾਤੀ ਦਾ ਕੈਂਸਰ, ਹੱਡੀਆਂ ਦਾ, ਯਾਨੀ ਹੋਰਨਾਂ ਥਾਵਾਂ ਦੇ ਕੈਂਸਰ ਜਿੱਥੇ ਸ਼ੁਰੂ ਹੋਏ ਨੇ, ਉਹਨਾਂ ਦੇ ਸੈਕੰਡਰੀਜ਼ ਵੀ ਇੱਥੇ ਪਹੁੰਚੀਆਂ ਦੇਖੀਆਂ ਗਈਆਂ ਨੇ, ਜਿਹੜੀਆਂ ਇਹ ਲੱਛਣ ਪੈਦਾ ਕਰ ਸਕਦੀਆਂ ਨੇ। ਯਾਨੀ ਓਰੀਜਨਲ ਕੈਂਸਰ ਪ੍ਰਾਇਮਰੀ ਕਿਤੇ ਹੋਰ ਹੁੰਦਾ, ਇਹ ਸੈਕੰਡਰੀ ਇੱਥੇ ਪਹੁੰਚ ਕੇ ਇਹ ਬਿਮਾਰੀ ਕਰ ਸਕਦੀਆਂ ਨੇ। ਮੈਂ ਜੇ ਲੱਛਣ ਜ਼ਰੂਰ ਇੱਕ, ਜਿਵੇਂ ਬੱਚੇ ਦੇ ਵਿੱਚ ਜੋ ਕਿ ਕੁਝ ਵੱਖ ਕਿਸਮ ਦੇ ਜਿਹੜੇ ਪਾਣੀ ਦੇ ਵਹਾਅ ਦੇ ਦਬਾਅ ਨਾਲ, ਸਿਰਫ ਜਿਵੇਂ ਜੋ ਨਾਰਮਲ ਅਗਲੇ ਤੋਂ ਦਿਮਾਗ ਤੋਂ ਪਿੱਛੇ, ਫਿਰ ਵਿਚਕਾਰ ਪਿੱਛੇ ਰੀੜ੍ਹ ਦੀ ਹੱਡੀ ਤੱਕ ਜੋ ਪਾਣੀ ਜਾਣਾ ਹੁੰਦਾ ਦਿਮਾਗ ਅੰਦਰੋਂ, ਉਹ ਜਿਵੇਂ ਰਕਤਿਕ ਰੋਕਾ ਪੈਣਾ ਸ਼ੁਰੂ ਹੋਏ ਤਾਂ ਕੁਝ ਸ਼ੁਰੂਆਤੀ ਲੱਛਣ ਉਹਦੇ ਵੱਖ ਹੁੰਦੇ। ਮਿਸਾਲ ਵਜੋਂ ਸਿਰਫ ਵੈਸੇ ਹੀ ਸਰੀਰਕ ਕਮਜ਼ੋਰੀ, ਯਾਨੀ ਕੁਝ ਵੀ ਨਹੀਂ ਹੋਰ ਹੋਇਆ, ਬਸ ਸਰੀਰ ਜਿਹਾ ਜੀ ਢਿੱਲਾ ਹੀ ਹੈ, ਬਸ ਐਵੇਂ ਹੀ ਹੈ, ਕੋਈ ਨਾ ਪ੍ਰੋਟੀਨ ਦੇ 2 ਚਮਚ ਖਾ ਲਾਂਗੇ, ਕੋਈ ਨਾ B ਕੰਪਲੈਕਸ ਦੀ ਗੋਲੀ ਲਿਆ ਦੋ, ਖਾ ਲੈਂਦੇ ਆ, ਤਾਕਤ ਦੀਆਂ ਦਵਾਈਆਂ ਲਿਆ ਦਿਓ। ਸੋ ਜਿਹੜੀ ਤੁਹਾਨੂੰ ਸਰੀਰਕ ਕਮਜ਼ੋਰੀ ਆਮ ਜਿਹੀ ਦਿਸਣ ਲੱਗ ਗਈ ਹੈ, ਪਲੀਜ਼ ਬੇਗੌਰੇ ਨਾ ਹੋਇਓ, ਕਾਰਨ ਹੈ ਉਸ ਤੋਂ ਬਗੈਰ ਹੁੰਦੀ ਨਹੀਂ। ਇਹ ਬਹੁਤ ਵੱਡੀ ਗਿਣਤੀ ਜੇ ਜਿਹੜਾ ਇਹ ਸ਼ੁਰੂਆਤੀ ਲੱਛਣ ਪਛਾਣਦੇ ਨਹੀਂ, ਬਸ ਵੈਸੇ ਹੀ ਕਮਜ਼ੋਰੀ ਹੈ ਜੀ। ਜੇ ਤੁਹਾਨੂੰ ਥਕਾਵਟ ਹੈ, 1 ਦਿਨ ਚ ਉਤਰ ਸਕਦੀ ਹੈ। ਹੁੰਦਾ ਆਪਾਂ ਕਈ ਵਾਰ ਲੰਮਾ ਸਫ਼ਰ ਵੀ ਕਰਦੇ ਹਾਂ, ਕਈ ਵਾਰ ਬਹੁਤ ਤੁਰਨਾ ਪੈ ਗਿਆ, ਬਹੁਤ ਕੁਛ ਹੋਇਆ, ਉਹ ਹਮੇਸ਼ਾ ਕੈਂਸਰ ਨਹੀਂ ਜੇ। ਯਾਨੀ 1 ਦਿਨ ਦੀ ਥਕਾਨ ਅਸੀਂ ਗਿਣ ਸਕਦੇ ਹਾਂ, ਪਰ ਜੇ ਉਸ ਥਕਾਨ ਤੁਹਾਨੂੰ ਹਫ਼ਤਾ ਲੱਗ ਰਿਹਾ, ਰਹਿ ਰਹੀ ਹੈ, ਇਹ ਨਾਰਮਲ ਨਹੀਂ ਹੈ। ਕਿਸੇ ਵੀ ਹਾਲ ਵਿੱਚ ਨਾਰਮਲ ਨਹੀਂ, ਕੁਝ ਨਾ ਕੁਝ ਗੜਬੜ ਸ਼ੁਰੂ ਹੋ ਚੁੱਕੀ ਹੈ। ਬਿਲਕੁਲ ਤੁਰਨ ਵਿੱਚ ਦਿੱਕਤ, ਜਿਵੇਂ ਬੱਚਾ ਆਨਾਕਾਨੀ ਜੀ ਕਰਨ ਲੱਗ ਜਾਵੇ, ਜਾਂ ਨੌਜਵਾਨ ਵੀ ਛੱਡ ਕੀ ਤੁਰਨਾ, ਤੂੰ ਫੜਾ ਦੇ ਯਾਰ, ਦਿਲ ਜਿਹਾ ਨਹੀਂ ਕਰ ਰਿਹਾ, ਤੁਰਿਆ ਨਹੀਂ ਜਾ ਰਿਹਾ, ਥਕਾਵਟ ਜਿਹੀ ਹੈ, ਐਵੇਂ ਬਸ ਪੈਰ ਸਾਥ ਜਿਹਾ ਨਹੀਂ ਦਿੰਦੇ, ਇਹ ਵੀ ਬੜੇ ਇੰਪੋਰਟੈਂਟ ਲੱਛਣ ਜੇ। ਫਿਰ ਹਲਕੇ ਚੱਕਰ ਆਉਣੇ, ਸਾਡੇ ਆਮ ਹੀ ਗੱਲ ਹੈ। ਤੁਸੀਂ ਹੈਰਾਨ ਹੋਵੋਗੇ ਜਦੋਂ ਚੱਕਰਾਂ ਵਾਲਾ ਕੋਈ ਬੱਚਾ ਜਾਂ ਕੋਈ ਨੌਜਵਾਨ ਆਉਂਦਾ ਜੇ, ਉਹ ਕਹਿੰਦੇ ਜੇ ਤਾਂ ਪਿਛਲੇ 5 ਸਾਲਾਂ ਤੋਂ ਹੋ ਰਹੇ, ਯਾਨੀ ਉਹ ਰਸੌਲੀ ਦੀ ਬਿਲਕੁਲ ਹੀ ਬਰੀਕ ਕਣਕ ਦੇ ਦਾਣੇ ਤੋਂ ਵੀ ਛੋਟੀ ਨੂੰ ਜਦ ਤੱਕ ਅਸੀਂ ਉਹਨੂੰ ਨਹੀਂ ਕਰ ਲੈਂਦੇ ਆਲੂ ਬੁਖਾਰੇ ਜਿੱਡੀ, ਅਸੀਂ ਉਹਨੂੰ ਚੱਕਰਾਂ ਨੂੰ ਵਪਾਰੀ ਕਰ ਦਿੰਦੇ ਹਾਂ ਕਿ ਕੋਈ ਨਾ ਚੱਕਰ ਹੀ ਹੈ, ਗੋਲੀ ਖਾਈ ਸੀ ਅਸੀਂ, ਠੀਕ ਹੋ ਗਏ, ਕੋਈ ਨਾ 3 ਦਿਨਾਂ ਚ ਫਿਰ। ਤਾਂ ਇਹ ਸ਼ੁਰੂਆਤੀ ਸਮੇਂ ਦੇ ਆ, ਜਾਂ ਤੁਸੀਂ ਤੁਰਦੇ ਤੁਰਦੇ ਇੱਕ ਪਾਸੇ ਇੱਕਦਮ ਜਿਵੇਂ ਆ ਚੱਕਰ ਜਿਹਾ ਆਇਆ ਜੀ, ਇੱਧਰ ਮੈਂ ਡਿੱਗਣ ਲੱਗਿਆ, ਇਸ ਤਰ੍ਹਾਂ ਦੀ ਜਿਵੇਂ ਤੁਹਾਨੂੰ ਲੱਛਣ ਦਿਸ ਰਹੇ ਹੋਣ, ਜਾਂ ਨਜ਼ਰ ਤੁਹਾਡੀ ਘਟਣ ਲੱਗ ਗਈ, ਜਾਂ ਇੱਕ ਪਾਸਿਓਂ ਲੱਗੇ ਵੀ ਦਿਸ ਨਹੀਂ ਰਿਹਾ, ਜਾਂ ਸਿੱਧਾ ਇੱਕਦਮ ਨਹੀਂ ਤੁਰਿਆ ਜਾ ਰਿਹਾ, ਹਲਕਾ ਜਿਹਾ ਏਦਾਂ ਡੋਲ ਕੇ ਜਿਵੇਂ ਤੁਰਦੇ ਹੋ, ਜਾਂ ਤੁਹਾਡੀ ਯਾਦਾਸ਼ਤ ਘਟਣ ਲੱਗ ਗਈ ਹੈ ਤੇ ਰੈਗੂਲਰਲੀ ਸਲੋਲੀ ਤੁਹਾਨੂੰ ਲੱਗਦਾ ਜਾ ਰਹੀ ਹੈ। ਇਹ ਹਰ ਯਾਦਾਸ਼ਤ ਘਟਣ ਵਾਲੇ ਦੀ ਨਹੀਂ ਹੈ ਬਿਲਕੁਲ ਲੱਛਣ। ਆਮ ਉਮਰ ਦੇ ਨਾਲ ਜਾਂ ਲੋੜੋਂ ਵੱਧ ਤੁਸੀਂ ਕੰਮ ਕਰ ਰਹੇ ਹੋ, ਜਦੋਂ ਬੜੇ ਸਾਰੇ ਇਕੱਠੇ ਛੇੜਦੇ ਹੋ, ਤੇ ਆਮ ਹੀ ਹੈ ਤੁਹਾਨੂੰ ਨਾਮ ਭੁੱਲ ਜਾਣੇ, ਸ਼ਹਿਰ ਦਾ ਨਾਮ ਭੁੱਲ ਜਾਣਾ, ਬੰਦਿਆਂ ਦਾ ਭੁੱਲ ਜਾਣਾ, ਕੋਈ ਔੜ ਨਾ ਸ਼ਬਦ। ਸੱਚ ਦੱਸਾਂ ਤਾਂ ਆਪਾਂ ਪ੍ਰੋਗਰਾਮ ਕਰਦੇ ਵੀ ਕਈ ਵਾਰ ਕਿਸੇ ਸ਼ਬਦ ਤੇ ਆੜੀ ਜਾਂਦੇ, ਮੈਂ ਉਸ ਕੈਂਸਰ ਨਹੀਂ ਕਹਿ ਰਹੀ, ਪਰ ਜੇ ਯਾਦਾਸ਼ਤ ਤੁਹਾਨੂੰ ਲੱਗ ਰਿਹਾ ਕਿ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਹੈ, ਉਹ ਜ਼ਰੂਰ ਇੱਕ ਲੱਛਣ ਜੇ। ਬਿਲਕੁਲ ਇੰਝ ਬੋਲਣ ਵਿੱਚ ਦਿੱਕਤ ਆਉਣੀ, ਕਿਤੇ ਤੁਸੀਂ ਅੱਗੇ ਨਹੀਂ ਸੀ ਪਰ ਇੱਕਦਮ ਤੁਹਾਨੂੰ ਸ਼ੁਰੂ ਹੋਇਆ ਵੀ ਪਹਿਲਾਂ ਥੋੜਾ ਜਿਹਾ ਅੜਦਾ ਸੀ, ਹੁਣ ਥੋੜਾ ਜ਼ਿਆਦਾ ਅੜਨ ਲੱਗ ਗਿਆ, ਜਾਂ ਜ਼ਬਾਨ ਜਿਵੇਂ ਸਾਫ਼ ਜੀ ਨਹੀਂ ਦਿੰਦੀ, ਉਹ ਇਹ ਇੱਕ ਨਵਾਂ ਲੱਛਣ ਜੋ ਉੱਭਰਿਆ, ਇਹ ਇੱਕਦਮ ਯਾਨੀ ਤੁਹਾਡਾ ਧਿਆਨ ਮੰਗਦਾ, ਇਹਨੂੰ ਇਮੀਡੀਏਟਲੀ ਜਾ ਕੇ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ। ਜੇ ਪਹਿਲਾਂ ਤੁਸੀਂ ਨਹੀਂ ਸੀ ਥਥਲਾ ਰਹੇ, ਹੁਣ ਇੱਕਦਮ ਸ਼ੁਰੂ ਹੋਇਆ, ਤੇ ਲੱਛਣ ਬਹੁਤ ਅਹਿਮ ਹੈ, ਕਿਉਂਕਿ ਕਈ ਵਾਰ ਦਿਮਾਗ ਅੰਦਰ ਲਹੂ ਚੱਲਣ ਤੋਂ ਪਹਿਲਾਂ ਹੀ ਸ਼ੁਰੂਆਤੀ ਲੱਛਣ ਆਉਂਦਾ, ਫਿਰ ਇੱਕਦਮ ਲਹੂ ਚੱਲੇਗਾ, ਫਿਰ ਸਡਨ ਡੈਥ ਤੱਕ ਹੋ ਜਾਂਦੀ ਹੈ। ਤਾਂ ਇਸ ਹਿਸਾਬ ਨਾਲ ਤੁਸੀਂ ਕੁਝ ਚੀਜ਼ਾਂ ਨੇ ਜਿਹੜੀਆਂ, ਇਹ ਤੇ ਫਿਰ ਹੁੰਦਾ ਜੇ ਵੱਖੋ ਵੱਖ ਹਿੱਸਿਆਂ 'ਚ, ਯਾਨੀ ਕਿਸੇ ਵੀ, ਜਿਵੇਂ ਮੈਂ ਦੱਸਿਆ, ਅਲੱਗ-ਅਲੱਗ ਹਿੱਸਿਆਂ ਤੋਂ ਸ਼ੁਰੂ ਹੋਇਆ, ਕਿੰਨਾ ਦਬਾਅ ਪਾ ਰਿਹਾ, ਕਿੰਨਾ ਸਾਈਜ਼ ਹੈ, ਉਸ ਹਿਸਾਬ ਨਾਲ ਕੁਝ ਲੱਛਣ ਵੱਖ ਹੁੰਦੇ ਜੀ। ਜਿਵੇਂ ਆਪਾਂ ਸਵੇਰ ਵੇਲੇ ਉੱਠਦੇ ਹਾਂ ਤਾਂ ਲੱਗਦਾ ਵੀ ਸਿਰ ਭਾਰਾ ਜਿਹਾ,
ਜੇ ਤੁਸੀਂ ਰਾਤ ਦੀ ਨੀਂਦ ਪੂਰੀ ਕੀਤੀ ਜੇ, ਦੇਰ ਰਾਤ ਤੱਕ ਨਹੀਂ ਜਾਗਦੇ ਰਹੇ, ਤੇ ਸੁੱਤੇ ਉੱਠਿਆਂ ਦੇ ਹਲਕੀ ਸਿਰ ਪੀੜ ਵੀ ਹੈ, ਇਹ ਤਾਂ ਖਤਰਨਾਕ ਲੱਛਣ ਜੇ, ਇਮੀਡੀਏਟਲੀ ਟੈਸਟਿੰਗ ਹੋਣੀ ਚਾਹੀਦੀ। ਹੂੰ ਸੋ ਇਹ ਨਹੀਂ ਕਿ ਸਿਰਫ ਇੱਕੋ ਦਿਨ ਦੀ ਸਿਰ ਪੀੜ ਹੋਈ ਤੇ ਤੁਸੀਂ ਇਮੀਡੀਏਟਲੀ ਡਾਕਟਰ ਕੋਲ ਪਹੁੰਚੋ, ਪਰ ਜੇ ਤੁਹਾਨੂੰ 1 2 3 ਇਸ ਤਰ੍ਹਾਂ ਰੈਗੂਲਰ 3-4 ਦਿਨ ਸੁੱਤੇ ਉੱਠਦਿਆਂ ਦੀ ਹਲਕੀ ਸਿਰ ਪੀੜ ਹੈ, ਇਹ ਲੱਛਣ ਬਿਲਕੁਲ ਬੇਗੌਰਾ ਕਰਨ ਵਾਲਾ ਨਹੀਂ। ਹੁਣ ਜਿਵੇਂ ਤੁਹਾਡੇ ਮਿਸਾਲ ਵਜੋਂ ਪਹਿਲਾਂ ਵੀ ਸਿਰ ਪੀੜ ਹੁੰਦੀ ਰਹੀ, ਪਰ ਤੁਹਾਡਾ ਸਿਰ ਜਿਵੇਂ ਸਵੇਰੇ ਇੱਥੋਂ ਜਕੜਿਆ ਹੁੰਦਾ ਸੀ, ਹੁਣ ਤੁਹਾਨੂੰ ਮਹਿਸੂਸ ਹੋਇਆ ਕਿ ਮੇਰੇ ਜੀ ਇਸ ਪਾਸੇ ਜਾਂ ਪਿੱਛੇ ਏਦਾਂ ਮੈਨੂੰ ਅੱਜ ਇਸ ਪਾਸੇ ਦੀ ਸਿਰ ਪੀੜ ਹੋਈ, ਯਾਨੀ ਨਵੇਂ ਥਾਂ ਤੇ ਤਬਦੀਲੀ ਹੋਈ ਹੋਵੇ ਸਿਰ ਪੀੜ 'ਚ, ਇਹ ਵੀ ਤੁਰੰਤ ਡਾਕਟਰ ਕੋਲ ਜਾਣ ਦਾ ਲੱਛਣ ਜੇ। ਫਿਰ ਕਿਸੇ ਥਾਂ ਦੀ ਖਿੱਚ ਕੋਈ ਵੱਖਰੀ ਸਿਰ ਦੇ ਅੰਦਰ ਮਹਿਸੂਸ ਹੋਏ ਕਿ ਅੱਜ ਮੈਨੂੰ ਬੜੀ ਇੱਕ ਤੀਸ ਜਿਹੀ ਇੰਜ ਉੱਠੀ ਜੇ, ਇਮੀਡੀਏਟਲੀ ਇਹ ਵੀ ਜ਼ਰੂਰ ਡਾਕਟਰ ਨੂੰ ਦਿਖਾਓ। ਅੱਧੇ ਸਿਰ ਦੀ ਜਾਂ ਸਿਰ ਦੇ ਪਿਛਲੇ ਹਿੱਸੇ ਦੀ ਪੀੜ ਅਹਿਮ ਹੈ, ਜ਼ਰੂਰ ਇਹ ਵੀ ਇਮੀਡੀਏਟਲੀ ਚੈੱਕ ਹੋਣਾ ਚਾਹੀਦਾ। ਪਰ ਸੁੱਤੇ ਉੱਠਿਆਂ ਦਾ ਸਿਰ ਜਕੜਿਆ ਮਹਿਸੂਸ ਹੋਣਾ ਜੋ ਹਫ਼ਤੇ ਭਰ ਤੱਕ ਲਈ ਲਗਾਤਾਰ ਤੁਰਦਾ ਰਵੇ, ਇਹ ਤਾਂ ਬਹੁਤ ਹੀ ਅਹਿਮ ਇੱਕ ਨੁਕਤਾ ਜੇ। ਜੇ ਤੁਹਾਨੂੰ ਲੱਛਣ ਹੈ ਤਾਂ ਡਾਕਟਰੀ ਸਲਾਹ ਜ਼ਰੂਰੀ ਜੇ। ਜੇ ਤੁਹਾਨੂੰ ਅੱਧ ਰਾਤ ਮਿਸਾਲ ਵਜੋਂ ਉੱਠਣਾ ਪਵੇ ਸਿਰ ਪੀੜ ਨਾਲ, ਜਾਂ ਜਕੜਿਆ ਸਿਰ ਉਸ ਸਮੇਂ ਵੀ ਮਹਿਸੂਸ ਹੋ ਰਿਹਾ, ਇਹ ਤਾਂ ਬਹੁਤ ਤਗੜਾ ਵਾਰਨਿੰਗ ਸਾਈਨ ਜੇ। ਇਹਨੂੰ ਬਿਲਕੁਲ ਬੇਗੌਰੇ ਕਰਨ ਦੀ ਲੋੜ ਨਹੀਂ, ਇਹ ਸਿਰ ਦੇ ਅੰਦਰਲੀ ਤਬਦੀਲੀ ਬਾਰੇ ਹੀ ਇੱਕ ਵਾਰਨਿੰਗ ਸਾਈਨ। ਫਿਰ ਤੁਹਾਨੂੰ ਜਦੋਂ ਲੱਗੇ ਵੀ ਮੈਂ ਹਫ਼ਤਾ ਪਹਿਲਾਂ ਜਾਂ 15 ਦਿਨ ਪਹਿਲਾਂ ਜਾਂ ਪਿਛਲੇ ਮਹੀਨੇ ਠੀਕ ਕਰ ਰਿਹਾ ਸੀ, ਹੁਣ ਮੈਨੂੰ ਉਹਨਾਂ ਸੋਚਣ ਤੇ ਉਹ ਸ਼ਬਦ ਨਹੀਂ ਯਾਦ ਆ ਰਹੇ, ਜਾਂ ਮੈਂ ਉਹਨੂੰ ਥੋੜਾ ਜਿਹਾ ਜ਼ਿਆਦਾ ਜ਼ੋਰ ਲਾਣਾ ਪੈ ਰਿਹਾ, ਮੈਂ ਭੁੱਲਣ ਲੱਗ ਗਿਆ, ਜਾਂ ਬੋਲਣ ਲੱਗਿਆ ਮੈਂ ਕਦੇ ਕਦਾਈ ਦਿਨ ਵਿੱਚ 1 ਵਾਰ ਜਾਂ 2 ਦਿਨਾਂ 'ਚ 1 ਵਾਰ ਕਿਤੇ ਨਾ ਕਿਤੇ ਮੈਨੂੰ ਜਿਵੇਂ ਥੋਕ ਜਿਹੀ ਮਹਿਸੂਸ ਹੁੰਦੀ ਜੇ। ਜਾਂ ਤੁਹਾਨੂੰ ਜਿਵੇਂ ਮੈਂ ਦੱਸਿਆ ਸੀ ਹੌਲੀ ਹੌਲੀ ਯਾਦਾਸ਼ਤ ਜਾਇਆ ਕਰਦੀ ਹੈ। ਜੇ ਸਡਨਲੀ ਤੁਹਾਨੂੰ ਇੱਕ ਦਿਨ ਲੱਗੇ ਵੀ ਮੈਨੂੰ ਹੁਣ ਕੱਲ ਦਾ ਇਹ ਵੀ ਨਹੀਂ ਚੇਤੇ ਆ ਰਿਹਾ ਰਾਤ ਕੀ ਖਾਇਆ ਸੀ, ਇੱਕਦਮ ਮੈਨੂੰ ਚੇਤੇ ਹੁਣ ਆ ਵੀ ਨਹੀਂ ਆਇਆ ਮੈਂ ਕੱਲ ਕਿੱਥੇ ਗਿਆ ਸੀ, ਯਾਨੀ ਇਸ ਤਰ੍ਹਾਂ ਦਾ ਜਿਹੜਾ ਬਲੈਕ ਆਊਟ ਹੋਣਾ, ਇਹ ਵੀ ਵਾਰਨਿੰਗ ਸਾਈਨ ਹੈ, ਜ਼ਰੂਰ ਦਿਖਾਉਣਾ ਚਾਹੀਦਾ। ਫਿਰ ਜੇ ਤੁਹਾਡਾ ਦਿਲ ਕੱਚਾ ਜਾਂ ਉਲਟੀਆਂ ਆਉਣੀਆਂ ਸ਼ੁਰੂ ਹੋਈਆਂ ਨੇ, ਬਸ਼ਰਤੇ ਕਿ ਤੁਸੀਂ ਫੂਡ ਪੋਇਜ਼ਨਿੰਗ ਨਹੀਂ ਕਰਾਈ, ਕੱਲ ਬਾਹਰੋਂ ਨਹੀਂ ਸੀ ਖਾਇਆ, ਤਾਂ ਇਹ ਵੀ ਜੇ ਤੁਹਾਨੂੰ ਰੈਗੂਲਰਲੀ 2-3 ਦਿਨ ਇਸ ਤਰ੍ਹਾਂ ਦੀਆਂ ਉਲਟੀਆਂ ਜਾਂ ਦਿਲ ਕੱਚਾ ਹੋ ਰਿਹਾ, ਵੀ ਵਾਰਨਿੰਗ ਸਾਈਨ ਹੁੰਦੇ ਜੀ। ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਕੋਈ ਦੂਸਰਾ ਗੱਲ ਕਰ ਰਿਹਾ, ਤੁਹਾਨੂੰ ਲੱਗਦਾ ਕਿ ਇਹ ਮੈਨੂੰ ਸੁਣਿਆ ਹੀ ਨਹੀਂ, ਹਾਂ ਕੀ ਕਿਹਾ ਤੂੰ ਦੁਬਾਰਾ ਦੱਸੀ, ਯਾਨੀ ਤੁਸੀਂ ਕਈ ਵਾਰ ਤਾਂ ਹੁੰਦਾ ਕਿਸੇ ਹੋਰ ਸੋਚ ਵਿੱਚ ਡੁੱਬੇ ਹੁੰਦੇ ਹੋ, ਕਿਸੇ ਹੋਰ ਚੀਜ਼ 'ਚ ਬਿਜ਼ੀ ਹੁੰਦੇ ਹੋ, ਦਿਮਾਗ ਕਿਤੇ ਹੋਰ ਅੜਿਆ ਪਿਆ, ਤਾਂ ਤੁਸੀਂ ਕੋਲ ਬੈਠੇ ਦੀ ਗੱਲ ਨਹੀਂ ਧਿਆਨ ਦਿੰਦੇ, ਉਹ ਬਿਮਾਰੀ ਨਹੀਂ ਹੈ। ਪਰ ਜਦੋਂ ਤੁਸੀਂ ਗੱਲ ਕਿਸੇ ਸਾਹਮਣੇ ਦੇ ਨਾਲ ਕਰਦਿਆਂ ਤੁਹਾਨੂੰ ਥੋੜੀ ਦੇਰ ਬਲੈਕ ਆਊਟ ਹੋ ਜਾਏ, ਕੀ ਗੱਲ ਕਰ ਰਿਹਾ ਸੀ ਨਹੀਂ ਪਤਾ ਲੱਗਿਆ, ਬੋਲੀ ਜਰਾ ਦੁਬਾਰਾ ਕੀ ਕਿਹਾ, ਉਹ ਇਸੇ ਤਰ੍ਹਾਂ ਬੈਠੇ ਬੈਠੇ ਸਡਨਲੀ ਇਸ ਤਰ੍ਹਾਂ ਜਿਹਾ ਵੀ ਉਹ ਚੱਕਰ ਜਿਹਾ ਆਇਆ, ਇੰਜ ਦੀ ਚੀਜ਼ ਇੱਕਦਮ। ਇਹ ਨਿੱਕੇ ਨਿੱਕੇ ਨੇ ਲੱਛਣ ਜਿਹੜੇ ਮੈਂ ਦੱਸਦੀ ਹਾਂ ਕਿ ਸ਼ੁਰੂਆਤੀ ਦੌਰ ਤੇ ਨੇ, ਇਹਨਾਂ ਨੂੰ ਬੇਗਾਰੇ ਨਾ ਕਰੋ। ਇਹ ਸ਼ੁਰੂਆਤੀ ਦੌਰ ਜੇ ਅਸੀਂ ਲੱਭ ਲਈਏ ਬਹੁਤ ਮਹੀਨ ਕੈਂਸਰ ਜਿਹਦੀ ਪੂਰੀ ਟ੍ਰੀਟਮੈਂਟ ਸੰਭਵ ਹੈ, ਅਸੀਂ ਲੰਬੀ ਜ਼ਿੰਦਗੀ ਜੀ ਸਕਦੇ ਹਾਂ, ਉਹਦਾ ਇਲਾਜ ਹੋ ਸਕਦਾ, ਕਿਉਰ ਹੋ ਸਕਦਾ। ਹੁਣ ਇੱਕ ਬਹੁਤ ਆਮ ਜਿਹਾ ਜਿਵੇਂ ਸਿੰਪਟਮ ਜਿਹੜੇ ਸਲੋ ਗਰੋਇੰਗ ਟਿਊਮਰ ਕਰਦੇ ਨੇ, ਕਿ ਸੁਭਾਅ ਕਿਸੇ ਦਾ ਚੰਗਾ ਭਲਾ ਸੀ ਪਰ ਤੁਹਾਨੂੰ ਲੱਗਦਾ ਵੀ ਹੁਣ ਇਹ ਚਿੜਚਿੜਾ ਜਿਹਾ ਹੋਣ ਲੱਗ ਗਿਆ, ਇਹਨੂੰ ਇੱਕਦਮ ਗੁੱਸਾ ਜਾਣ ਲੱਗ ਗਿਆ, ਯਾਨੀ ਕੋਈ ਹਾਰਮੋਨਲ ਤਬਦੀਲੀਆਂ ਦਿਸਣ ਲੱਗ ਜਾਣ, ਉਹ ਬੜੀ ਇਹ ਵੀ ਇੱਕ ਵਾਰਨਿੰਗ ਸਾਈਨ ਜੇ, ਜੋ ਕਿ ਖਰਾਬ ਕੈਂਸਰ ਦੇ ਲੱਛਣ ਜੇ। ਇਹਨੂੰ ਇਮੀਡੀਏਟਲੀ ਦੇਖੋ। ਅੱਧਾ ਸਰੀਰ ਕਦੇ ਤੁਹਾਨੂੰ ਕਮਜ਼ੋਰ ਜਿਹਾ ਹੁੰਦਾ ਜਾਪੇ, ਸੁਣਨ ਵਿੱਚ ਦਿੱਕਤ ਆਉਣ ਲੱਗ ਜਾਵੇ, ਤੁਰਨ ਵਿੱਚ ਜਿਵੇਂ ਮੈਂ ਦੱਸਿਆ ਹੀ ਸੀ ਅੱਗੇ ਹੋਵੇ, ਇਹ ਚੀਜ਼ਾਂ ਦਾ, ਜਾਂ ਜਿਵੇਂ ਮੂੰਹ ਦਾ ਕੁਝ ਸੁੰਨ ਹੋ ਜਾਣਾ, ਸੂਈਆਂ ਚੁੱਭਦੀਆਂ ਮਹਿਸੂਸ ਹੋਣੀਆਂ, ਹੱਥਾਂ ਪੈਰਾਂ ਦਾ ਸੁੰਨ ਹੋਣਾ, ਉੱਥੇ ਸੂਈਆਂ ਚੁੱਭਦੀਆਂ ਮਹਿਸੂਸ ਹੋਣੀਆਂ, ਨਜ਼ਰ ਇੱਕਦਮ ਘਟ ਜਾਣੀ ਇੱਕ ਪਾਸੇ ਦੀ ਜਾਂ ਦੋਨਾਂ ਅੱਖਾਂ ਦੀ, ਇਹ ਲੱਛਣ ਵੀ ਬਹੁਤ ਅਹਿਮ ਨੇ। ਹੁਣ ਕਈ ਵਾਰ ਕੀ ਹੁੰਦਾ ਜੇ ਕੋਈ ਬੰਦਾ ਇੱਕਦਮ ਬੈਠਾ ਇੱਕਦਮ ਬੌਂਦਲ ਜਾਣਾ, ਓਹੋ ਕੀ ਹੋ ਗਿਆ, ਕਿੱਥੇ ਸੀ, ਕੀ ਗੱਲ ਕਰ ਰਹੇ ਸੀ, ਯਾਨੀ ਇੰਜ ਦੀ ਚੀਜ਼, ਜਾਂ ਇੱਕਦਮ ਘਬਰਾ ਜਾਣਾ, ਤਰੇਲੀਆਂ ਜੇ ਇੱਕਦਮ ਆਉਣ ਲੱਗ ਜਾਣੀਆਂ, ਕੀ ਹੋ ਗਿਆ, ਇੱਕਦਮ ਕਿੱਥੇ ਸੀ, ਕਿਵੇਂ, ਉਹ ਇਹੋ ਜਿਹੇ ਜਿਹੜੇ ਲੱਛਣ ਹੋਣ, ਇਹ ਵੀ ਵਾਰਨਿੰਗ ਸਾਈਨਸ ਜੇ। ਫਿਰ ਕਈ ਵਾਰ ਕੀ ਹੁੰਦਾ, ਤੁਸੀਂ ਚੁਫੇਰਾ ਯਾਦ ਹੀ ਨਹੀਂ ਆਉਂਦਾ,
ਵੀ ਮੈਂ ਚੰਗੇ ਭਲੇ ਗੱਲ ਕਰ ਰਹੇ ਹੋ ਸਾਰਾ, ਫਿਰ ਇੱਕਦਮ ਆਸ-ਪਾਸ ਦੇਖੋ, ਅੱਛਾ ਮੈਂ ਇੱਥੇ ਕਿਵੇਂ ਆਇਆ, ਕਦੋਂ ਕਦੇ ਬੈਠੇ ਆ, ਫਿਰ ਥੋੜੀ ਦੇਰ ਬਾਅਦ ਕਹਿਣਾ ਅੱਛਾ ਠੀਕ ਹੈ ਮੈਨੂੰ ਆ ਗਿਆ ਯਾਦ। ਯਾਨੀ ਪਰ ਉਹ ਇੱਕ ਸਿੰਪਟਮ ਜੇ ਜਿਹੜਾ ਪੜ ਲੈਣਾ ਚਾਹੀਦਾ। ਹਾਂ ਮੈਂ ਯਾਨੀ ਇਹ ਸਵਾਲ ਕੋਈ ਪੁੱਛਣ ਲੱਗ ਜੇ ਮੈਂ ਕਿੱਥੇ ਆ, ਮੇਰਾ ਨਾਂ ਕੀ ਸੀ, ਫਿਰ ਕਹਿ ਵੀ ਦੇਣਾ ਹਾਂਜੀ ਹਾਂਜੀ ਯਾਦ ਆ ਗਿਆ, ਪਰ ਉਹ ਜਿਹੜਾ ਵਕਤੀ ਇੱਕਦਮ ਵਿੱਚ ਬਲੈਕ ਆਊਟ ਹੋਣਾ ਬਹੁਤ ਇੰਪੋਰਟੈਂਟ ਜੇ। ਫਿਰ ਦੋ ਦਿਸਣ ਲੱਗ ਜਾਣੇ, ਧੁੰਦਲਾ ਦਿਸਣ ਲੱਗ ਜਾਣਾ, ਫਿਰ ਕਹਿਣਾ ਹਾਂਜੀ ਹਾਂਜੀ ਹੁਣ ਤਾਂ ਮੈਂ ਅੱਖਾਂ ਛੇੜੀਆਂ, ਹੁਣ ਮੈਂ ਠੀਕ ਆ। ਯਾਨੀ ਇਹ ਲੱਛਣ ਨੇ ਜਿਹੜੇ ਹੱਦੋਂ ਵੱਧ ਥਕਾਵਟ ਹੋਣੀ। ਇਹ ਆਪਾਂ ਸੋਚਦੇ ਹਾਂ ਕਮਜ਼ੋਰੀ ਜਿਹੜੀ ਹੋ ਗਈ ਨਾ ਉਹ ਬਹੁਤ ਅਹਿਮ ਜੇ, ਕਿ ਸਾਡਾ ਸਰੀਰ ਤੁਰਿਆ ਜੇ ਤਾਂ ਫਿਰ ਕੋਈ ਫੈਸਲਾ ਨਾ ਲੈ ਸਕਣਾ। ਬੰਦਾ ਬਹੁਤ ਤਗੜਾ ਸੀ ਜੀ, ਸਭ ਪਾਸਿਓਂ ਠੀਕ ਸੀ, ਹੁਣ 2 ਦਿਨ ਹੋ ਗਏ ਤੁਹਾਨੂੰ ਪੁੱਛੀ ਜਾਂਦੇ ਆ ਕੀ ਕਰਨਾ ਹੈ ਕੀ ਕਰਨਾ ਹੈ, ਯਾਨੀ ਉਹ ਮੈਂ ਸੋਚ ਰਿਹਾ ਕੀ ਕਰਨਾ, ਉਹ ਫੈਸਲਾ ਨਾ ਲੈ ਸਕਣ ਦੀ ਜਿਹੜੀ ਸਥਿਤੀ ਆ ਜਾਂਦੀ ਜੇ, ਉਹ ਵੀ ਦਿਮਾਗ ਦੇ ਅੰਦਰ ਯਾਨੀ ਉਸ ਥਾਂ ਦਾ ਪ੍ਰੈਸ਼ਰ ਵੱਧ ਰਿਹਾ ਹੁੰਦਾ ਜੀ। ਕਿਸੇ ਦੀ ਕਈ ਗੱਲ ਤੇ ਜਿਵੇਂ ਅਮਲ ਨਾ ਕਰ ਸਕਣਾ, ਉਹਦਾ ਅਸਰ ਨਾ ਹੋਣਾ, ਇਸ ਤਰ੍ਹਾਂ ਦੇ ਬਹੁਤ ਮਹੀਨ ਨਿੱਕੇ ਨਿੱਕੇ ਲੱਛਣ ਨੇ ਜਿਹੜੇ ਇਹ ਸਾਨੂੰ ਵਾਰਨਿੰਗ ਸਾਈਨਸ ਨੇ ਕਿ ਹਾਂਜੀ ਇਹ ਜ਼ਰੂਰ ਤੁਸੀਂ ਇਮੀਡੀਏਟਲੀ ਡਾਕਟਰ ਕੋਲ ਜਾਓ। ਜੀ ਬਿਲकुल, ਇਹ ਬੜੀ ਮਹੱਤਵਪੂਰਨ ਜਾਣਕਾਰੀ ਹੈ ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਤੇ ਪਤਾ ਹੋਣਾ ਹੀ ਨਹੀਂਗਾ, ਤੇ ਫਿਰ ਜਦੋਂ ਇੱਕਦਮ ਅਜਿਹੀਆਂ ਚੀਜ਼ਾਂ ਹੁੰਦੀਆਂ ਉਹ ਫਿਰ ਲੈ ਕੇ ਵੀ ਨਹੀਂ ਜਾਂਦੇਗੇ। ਔਰ ਇਹਦਾ ਇੱਕ ਚੀਜ਼ ਇਹ ਦੱਸਿਓ ਕਿ ਜੇ ਇਹਦੇ ਵਿੱਚ ਬਹੁਤਾ ਸਮਾਂ ਪੈ ਜਾਵੇ, ਉਹਨੂੰ ਬਹੁਤਾ ਸਮਾਂ ਅਣਗੌਲਿਆਂ ਕੀਤਾ ਜਾਏ, ਤਾਂ ਫਿਰ ਇਹਦੀਆਂ ਵੀ ਕੋਈ ਸਟੇਜ ਹੁੰਦੀਆਂ ਨੇ ਵੀ ਹਾਂ ਸਟੇਜ ਜਿਹੜੀ ਆ ਉਹ ਇਸ ਪੱਧਰ ਤੱਕ ਪਹੁੰਚ ਗਈ ਕਿ ਜਿੱਥੋਂ ਵਾਪਸ ਮੋੜ ਕੇ ਲਿਆਉਣਾ ਇਸ ਬਿਮਾਰੀ ਨੂੰ ਜਿਹੜਾ ਬੜਾ ਮੁਸ਼ਕਲ ਹੋ ਜਾਂਦਾ ਫਿਰ। ਬਿਲਕੁਲ ਜੀ, ਜਦੋਂ ਅਸੀਂ ਇਹ ਬੇਗੌਰੀ ਕਰਦੇ ਹਾਂ, ਇਹ ਤਾਂ ਬਹੁਤ ਕੁਝ ਸਲੋ ਗਰੋਇੰਗ ਨੇ, ਕੁਝ ਜਿਵੇਂ ਮੈਂ ਦੱਸਿਆ ਸੀ ਵੀ ਜ਼ਹਿਰੀ ਨੇ, ਉਹ ਤਾਂ ਫਿਰ ਸਮਾਂ ਨਹੀਂ ਦਿੰਦੇ, ਉਹ ਤਾਂ ਫਿਰ ਉਡਾਈ, ਜਿਹਨੂੰ ਪੰਜਾਬੀ ਚ ਕਹਿੰਦੇ ਨਾ ਫੱਕੀਆਂ ਉਡਾਉਂਦੇ ਨੇ, ਉਹ ਤਾਂ ਫਿਰ ਚੰਗਾ ਜੀ ਟਾਟਾ ਬਾਏ ਬਾਏ ਕਰ ਲੋ, 15 ਦਿਨ ਦੀ ਗੱਲ ਜੇ। ਬਹੁਤ ਇੱਕ ਸੀਨੀਅਰ IRS ਆਫਿਸਰ ਵੀ ਹੁਣੇ ਰਿਟਾਇਰ ਜੋ ਹੋ ਚੁੱਕੇ ਸਨ ਕਾਫੀ ਚਿਰ ਪਹਿਲਾਂ ਦੇ, ਉਹਨਾਂ ਦੇ ਵੀ ਇਸੇ ਤਰ੍ਹਾਂ ਇਹੋ ਜਿਹੇ ਲੱਛਣ ਸਨ, ਜਿਨ੍ਹਾਂ ਦੀ ਪਿਛਲੇ ਹਫ਼ਤੇ ਹੀ PGI ਚ ਮੌਤ ਵੀ ਹੋਈ। ਤਾਂ ਇਹੋ ਹੀ ਸੀ ਉਹਨਾਂ ਨੂੰ ਵੀ ਥੋੜਾ ਜਿਹਾ ਕਿਵੇਂ ਕੀ ਕਹਿ ਰਹੇ ਸੀ ਇੱਕਦਮ ਦੱਸਿਓ ਜੀ, ਏਦਾਂ ਦੀ ਗੱਲ ਕਰ ਰਹੇ ਸਨ ਤੇ ਇਹ ਲੱਛਣ ਬੇਗੌਰੇ ਛੱਡਤੇ ਕਿ ਲਓ ਜੀ ਹੁਣ ਕੋਈ ਨਾ 17 17 ਜਿਵੇਂ ਹੁੰਦਾ ਜੀ 73 ਤੇ ਚਲੋ ਇਹ ਤਾਂ ਹੋ ਹੀ ਜਾਂਦਾ ਹੈ ਦੇਸ਼ ਵਿੱਚ। ਯਾਨੀ ਉਹ ਫਾਈਨ ਸਿੰਪਟਮ ਸੀ ਜਿਹੜਾ ਦੱਸ ਰਿਹਾ ਸੀ ਕਿ ਮੈਂ ਅਰਲੀ ਸਟੇਜ ਆ ਜਿਹਨੂੰ 3 ਮਹੀਨੇ ਤੱਕ ਬੇਗੌਰੀ ਕੀਤੀ ਗਈ, ਫਿਰ ਡਾਇਗਨੋਸ ਕਰਨ ਦੇ ਜਦੋਂ ਹੋਇਆ ਉਦੋਂ ਕਿਹਾ ਜੀ 15 ਹੀ ਦਿਨ ਨੇ, ਤੇ ਵਾਕਈ 12ਵੇਂ ਦਿਨ ਹੀ ਉਹਨਾਂ ਦੀ 15 ਦਿਨ ਵੀ ਪੂਰੇ ਨਹੀਂ ਹੋਏ, 12ਵੇਂ ਦਿਨ ਹੀ ਮੌਤ ਹੋ ਗਈ। ਤਾਂ ਗੱਲ ਇਹ ਹੈ ਕਿ ਇਹੋ ਜਿਹੇ ਸਿੰਪਟਮ ਜੋ ਕਿ ਤੇਜ਼ੀ ਨਾਲ ਫੈਲਣ ਵਾਲੇ ਕੈਂਸਰਾਂ ਦੇ ਵਿੱਚ ਬਹੁਤ ਅਹਿਮ ਨੇ, ਇਹਨੂੰ ਬੇਗੌਰਾ ਨਾ ਕਰੋ। ਇਹ ਸਿੰਪਟਮਸ ਕਈ ਵਾਰ ਅਜਿਹੇ ਨੇ ਕਿ ਤੁਸੀਂ ਡਾਇਗਨੋਸ ਕਰਦੇ ਹੀ ਨਹੀਂ, ਸੁੱਤਾ ਸੁੱਤਾ ਹੀ ਬੰਦਾ ਤੁਰ ਜਾਂਦਾ, ਚਲੋ ਜੀ ਪੀਸਫੁਲ ਡੈਥ ਹੋ ਗਈ, 70 ਸਾਲ ਦੇ ਸੀ ਤੁਰ ਗਏ। ਜਾਂ ਨੌਜਵਾਨ ਬੱਚਾ ਕਿਸੇ ਦਾ ਸੱਚ ਜਾਣਿਓ, ਜਿਹਨੂੰ ਕਈ ਵਾਰ ਡਾਕਟਰਾਂ ਦਾ ਇਮਤਿਹਾਨ ਜੋ ਜ਼ਿੰਦਗੀ ਲੈਂਦੀ ਜੇ ਬਹੁਤ ਔਖਾ ਜੀ। ਮੇਰੇ ਲਈ ਜਿੰਨੇ ਵੀ ਹੁਣ ਤੱਕ ਦੇ ਅਸੀਂ ਕੇਸ ਦੇਖੇ ਨੇ, ਜਦੋਂ ਕਿਸੇ ਦੇ ਬੱਚੇ ਨੂੰ ਜਦੋਂ ਕੋਈ ਕਵੇ ਜੀ ਸਾਡੇ ਘਰ ਵਿੱਚ 18 ਵਰਿਆਂ ਬਾਅਦ ਸਾਡਾ ਇਲਾਜ ਹੋਇਆ ਤੇ ਹੈਂਡਰਾਈਟਿੰਗ ਵਿਗੜ ਰਹੀ ਹੈ, ਦੇਖਿਓ ਜਰਾ ਟੈਸਟ, ਕਈ ਵਾਰ ਮੰਨ ਵੀ ਜਾਂਦੇ ਨੇ ਮਾਪੇ, ਕਈ ਵਾਰ ਨਾ ਵੀ ਕਰ ਜਾਂਦੇ ਨੇ। ਮੇਰੇ ਜ਼ਿੰਦਗੀ 'ਚ ਕੇਸ ਸੀ, ਮੈਂ ਆਪ ਦੇਖਿਆ, ਬੜਾ ਉਹਨਾਂ ਨੂੰ ਸਮਝਾਇਆ, ਬਹੁਤ ਟਾਈਮ ਲਾਇਆ ਵੀ ਆਪਾਂ ਕਰਾ ਲਈਏ ਟੈਸਟ ਇਹਦਾ, ਦੇਖ ਲਈਏ ਕੋਈ ਨਾ ਸੀਰੀਅਸ ਚੀਜ਼ ਹੋਏ, ਨਹੀਂ ਮੰਨੇ ਜੀ। PGI ਗਏ, ਉੱਥੇ ਡਾਇਗਨੋਸ ਹੋ ਗਿਆ, ਫਿਰ ਵਾਪਸ ਆਏ ਜੀ ਹੁਣ ਤਾਂ ਉਹ ਕਹਿੰਦੇ ਨੇ ਲਾਸਟ ਸਟੇਜ ਹੈ। ਮੇਰੇ ਲਈ ਕੁਛ ਦੱਸਣਾ ਇੰਨਾ ਕੁ ਔਖਾ ਹੋ ਜਾਂਦਾ, ਦੱਸੋ ਜੀ ਇਹਦੀ ਜ਼ਿੰਦਗੀ ਲੰਮੀ ਕਰ ਸਕਦੇ ਆ? ਉਹ ਜਿਸ ਤਰੀਕੇ ਰੋਂਦੇ ਗਿੜਗਿੜਾਉਂਦੇ ਮਾਪੇ ਹੁੰਦੇ ਨੇ, ਮੇਰਾ ਖਿਆਲ ਇਸ ਤੋਂ ਤਗੜਾ ਇਮਤਿਹਾਨ ਕਿਸੇ ਡਾਕਟਰ ਦਾ ਨਹੀਂ ਹੋ ਸਕਦਾ। ਨਾ ਤੁਸੀਂ ਬਲੰਟ ਹੋ ਸਕਦੇ ਹੋ, ਕਹਿ ਸਕਦੇ ਹੋ ਕਿ ਹਾਂਜੀ ਦੱਸ ਦੇਣ ਨੇ ਜਿਵੇਂ ਲੰਘਾਣੇ ਜੇ ਲੰਘਾ ਲਓ, ਨਾ ਹੌਸਲਾ ਦੇਣ ਜੋਗੇ ਹੋ। ਪਤਾ ਨਹੀਂ ਕਿਸ ਹਾਲ 'ਚ ਅਸੀਂ ਉਹਨਾਂ ਨੂੰ ਕਿਵੇਂ ਸਮਝਾਉਂਦੇ ਆ ਜਾਂ ਕੀ ਕਰਦੇ ਆ, ਜਦੋਂ ਕਿ ਆਪਣਾ ਦਿਲ ਵੀ ਰੋਂਦਾ ਹੁੰਦਾ ਵੀ ਪਤਾ ਇਹਨਾਂ ਦੀ 18 ਵਰਿਆਂ ਤੋਂ ਬਾਅਦ ਜੰਮਿਆ ਪੁੱਤਰ ਹੁਣ ਨਹੀਂ ਰਹਿਣ ਵਾਲਾ। ਇਹੋ ਜਿਹੇ ਵਾਕਈ ਔਖੇ ਸਮੇਂ ਨੇ, ਮਾਪਿਆਂ ਲਈ ਤੇ ਔਖਾ ਹੈ ਹੀ, ਡਾਕਟਰ ਲਈ ਵੀ ਬਹੁਤ ਕਈ ਵਾਰ ਔਖਾ ਹੋ ਜਾਂਦਾ। ਪਰ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਆਪਾਂ ਬੇਨਤੀ ਕੀਤੀ ਸੀ ਕਿ ਕਈ ਵਾਰ ਹਮੇਸ਼ਾ ਹਰ ਟੈਸਟ ਤੇ ਲੋੜਾ ਨਹੀਂ ਹੁੰਦਾ। ਇਹੋ ਜਿਹੇ ਸਿੰਪਟਮ ਜੇ ਅਰਲੀ ਸਟੇਜ ਤੇ ਆਮ, ਤੇ ਸੱਚ ਦੱਸਾਂ ਸਾਡੇ ਬਹੁਤ ਗਿਣਤੀ ਡਾਕਟਰ ਵੀ ਇਹਨਾਂ ਚੀਜ਼ਾਂ ਤੋਂ ਆਮ ਹੀ ਕਈ ਵਾਰ ਜਾਂਦੇ ਨੇ। ਮੈਂ ਹਰ ਵਾਰ ਪੇਸ਼ੈਂਟਸ ਤਾਂ ਨਹੀਂ ਕੱਢਦੀ, ਬਹੁਤ ਨੇ ਜਿਹੜੇ ਦਿਖਾਉਂਦੇ ਨੇ ਆ 10
ਡਾਕਟਰਾਂ ਦੀਆਂ ਪਰਚੀਆਂ ਨੇ, ਹਰ ਇੱਕ ਨੇ ਕਿਹਾ ਕੋਈ ਨਾ ਕੁਝ ਨਹੀਂ ਹੈ, ਕਮਜ਼ੋਰੀ ਨਹੀਂ ਹੈ, ਤੁਸੀਂ ਦਵਾਈ ਖਾਓ, ਟੌਨਿਕ ਲਓ, ਠੀਕ ਹੋ ਜਾਓਗੇ। ਸੋ ਉਹ ਡਾਕਟਰਾਂ ਨੂੰ ਵੀ ਕਈ ਵਾਰ ਉਹ ਲੱਛਣ ਸੀਰੀਅਸਲੀ ਨਹੀਂ ਲੈਂਦੇ ਵੀ ਕੋਈ ਨਾ ਜੀ ਚਲੋ ਆ ਲਓ ਤੇ ਜਾਓ, ਇਹ ਬਜ਼ੁਰਗ ਹੀ ਹੈ, ਕੋਈ ਗੱਲ ਨਹੀਂ, ਜਾਂ ਕੁਛ ਨਹੀਂ, ਨੌਜਵਾਨ ਹੈ, ਥੱਕ ਗਿਆ ਹੋਏਗਾ, ਕਰ ਲੈ ਜੀ। ਇਸ ਤਰ੍ਹਾਂ ਦੇ ਕਈ ਕੇਸ ਨੇ ਕਿ ਸਿਰਫ ਮਰੀਜ਼ ਹੀ ਨਹੀਂ। ਤਾਂ ਮੈਂ ਇਸੇ ਲਈ ਵਾਰ-ਵਾਰ ਕਹਿੰਦੀ ਹਾਂ, ਹਮੇਸ਼ਾ ਸਪੈਸ਼ਲਿਸਟ ਡਾਕਟਰ ਕੋਲ ਜਾ ਕੇ ਜੇ ਤੁਸੀਂ ਵਕਤ ਸਿਰ ਇਹ ਟੈਸਟ ਕਰਾ ਕੇ ਆਪਣੀ ਬਿਮਾਰੀ ਲੱਭ ਕੇ ਇਲਾਜ ਕਰਵਾ ਲੈਂਦੇ ਹੋ ਤਾਂ ਉਹ ਜ਼ਿੰਦਗੀ ਤੁਹਾਡੀ ਬਚਣੀ ਹੈ। ਸੋ ਆਪ ਵੀ ਕਈ ਵਾਰ ਕਹਿ ਦੇਣਾ ਚਾਹੀਦਾ ਵੀ ਕੋਈ ਗੱਲ ਨਹੀਂ, ਇੱਕ ਟੈਸਟ ਹੀ ਹੈ, ਕਰਵਾਓ, ਦੇਖੋ ਹੈ ਤਾਂ ਨਹੀਂ। ਸਗੋਂ ਜਾਨ ਬਚਾਉਣ ਲਈ ਮੇਰਾ ਖਿਆਲ ਇਸ ਤੋਂ ਵੱਡੀ ਗੱਲ ਨਹੀਂ, ਆਪ ਹੀ ਜ਼ਰੂਰ ਹੋਣਾ ਚਾਹੀਦਾ। ਕਿਉਂਕਿ ਕੁਝ ਤਾਂ ਕੈਂਸਰ ਨੇ ਜਿਹੜੇ ਜੀਨ ਆਧਾਰਿਤ ਨੇ, ਜਿਨ੍ਹਾਂ ਤੇ ਸਾਡਾ ਜ਼ੋਰ ਨਹੀਂ। ਬਹੁਤ ਸਾਰੇ ਟੱਬਰ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਟੱਬਰ ਦੇ ਵਿੱਚ ਭੈਣ ਨੂੰ ਹੋਇਆ ਹੋਵੇ, ਫਿਰ ਅੱਗੋਂ ਤੁਸੀਂ ਭਰਾ ਨੂੰ ਹੋ ਗਿਆ, ਭਰਾ ਦੇ ਬੱਚੇ ਨੂੰ ਹੋ ਗਿਆ, ਪਿਤਾ ਨੂੰ ਹੋਇਆ, ਮਾਂ ਨੂੰ ਹੋਇਆ, ਭੈਣ ਦੇ ਅੱਗੋਂ ਕੁੜੀ ਨੂੰ ਹੋ ਗਿਆ, ਯਾਨੀ ਇੰਨਾ ਕੁਛ ਸੀਕੁਐਂਸ ਵਾਈਜ਼ ਤੁਰਦਾ ਹੈ ਕਿ ਉਹ ਟੱਬਰ ਸਾਰੇ ਦਾ ਸਾਰਾ ਕੈਂਸਰ ਨਾਲ ਜੂਝਦਾ ਹੁੰਦਾ। ਬਹੁਤ ਨੇ, ਕਦ ਨਹੀਂ, ਕਿੰਨੇ ਹੀ ਨੇ ਜਿਨ੍ਹਾਂ ਦੇ ਟੱਬਰਾਂ ਵਿੱਚ ਤੁਰਦਾ। ਸੋ ਜਿਨ੍ਹਾਂ ਵਿੱਚ ਹੀ ਤਬਦੀਲੀ ਹੈ, ਜੋ ਇਸ ਵੇਲੇ ਫਾਈਨਰ ਸਾਡੇ ਕੋਲ ਐਡਵਾਂਸਡ ਆ ਚੁੱਕੇ ਨੇ ਟੈਸਟ, ਜਿਨ੍ਹਾਂ ਨਾਲ ਇਹ ਲੱਭਿਆ ਜਾਂਦਾ ਕਿ ਜੀਨ ਆਧਾਰਿਤ ਹੈ, ਉਹਨਾਂ ਕੇਸਿਸ ਵਿੱਚ ਕਈ ਵਾਰ, ਹੁਣ ਮੈਂ ਨਾਮ ਨਹੀਂ ਲੈਂਦੀ, ਪਰ ਇੱਕ ਨਾਮਵਰ ਵਿਸ਼ਵ ਪੱਧਰੀ ਹੀਰੋਇਨ ਹੈ ਜਿਸ ਨੂੰ ਪਤਾ ਸੀ ਕਿ ਇਹ ਕੈਂਸਰ ਛਾਤੀ ਦਾ ਸਾਡੇ ਟੱਬਰ ਦਾ ਟੱਬਰ ਹੈ, ਦੱਸ ਦਿੱਤਾ ਗਿਆ ਸੀ ਤੇਰੇ ਵਿੱਚ ਵੀ ਜੀਨ ਬਹੁਤ ਜ਼ਿਆਦਾ ਹੈ। तो वो भी विकसित मुल्क दी हीरोइन ने वक्त तो पहला अपनियां दोनों ब्रेस्ट रिमूव करा दित्तियां ते ओदे कैंसर तो बचाव हो गया, लंबी जिंदगी भोग रही है, ब्रेस्ट इंप्लांट्स अवेलेबल ने। तो इहो जिहियां चीज़ां ने जिथे कैंसर ਲੱਭਿਆ ਜਾਂਦਾ ਹੈ, ਜੀਨ ਆਧਾਰਿਤ ਹੈ, ਹੋਣਾ ਹੀ ਹੋਣਾ ਹੈ, तो बचना है तो आ चीज़ ना बच सकते हो। तो वो इसे एडवांस जो साइंस आ गई है ਉਹਦੇ ਵਿੱਚ ਟੈਸਟ ਤਾਂ ਬਹੁਤ ਹੀ ਅਹਿਮ ਨੇ, ਕਰਵਾ ਲੈਣੇ ਚਾਹੀਦੇ ਨੇ। ਹੁਣ ਕੁਝ ਜੈਨੇਟਿਕ ਸਿੰਡਰੋਮਸ ਨੇ ਜੀ, ਕਿ ਆਹ ਸਿੰਡਰੋਮ ਜੇ ਤੁਹਾਡੀ ਫੈਮਿਲੀ ਚ ਜੀਨ ਆ ਗਿਆ ਤਾਂ ਭਾਈ ਭਾਵੇਂ ਇੱਕ ਪੁਸ਼ਤ ਛੱਡ ਕੇ ਆਵੇ, ਅਗਲੀ ਪੁਸ਼ਤ ਚ ਕੈਂਸਰ ਆਣਾ ਹੀ ਆਣਾ। ਉਹ ਵੀ ਤੁਸੀਂ ਜੇ ਵਕਤ ਸਿਰ ਟੈਸਟਿੰਗ ਹੋ ਜਾਏ ਤਾਂ ਇਸ ਕੈਂਸਰ ਤੋਂ ਬਚਾਅ ਹੋ ਸਕਦਾ। ਹੁਣ ਇੱਕ ਐਕਸਰੇ ਕਿਰਨਾਂ ਮੈਂ ਜ਼ਰੂਰ ਦੱਸ ਦਿਆਂ, ਬੇਲੋੜੇ ਐਕਸਰੇ ਸਾਡੀ ਜ਼ਿੰਦਗੀ ਖੋਣ ਵਾਸਤੇ ਨੇ। ਅਸੀਂ ਆਮ ਹੀ ਦੇਖਦੇ ਹਾਂ ਕਿ ਕਿਸੇ ਨੂੰ ਜੇ ਕਹਿ ਦੋ ਨਾ ਕਿ ਕੋਈ ਨਾ ਲੋੜ ਨਹੀਂ ਵੀ ਹੈ, ਹੁਣ ਅੱਜ ਨਾ ਕਰਾ, ਨਹੀਂ ਜੀ ਅਸੀਂ ਐਕਸਰੇ ਤਾਂ ਚਲੋ ਫ੍ਰੀ ਹੁੰਦਾ ਸੀ ਸਰਕਾਰੀ ਹਸਪਤਾਲ 'ਚ, ਅਸੀਂ ਫ੍ਰੀ ਕਰਾ ਕੇ ਆ ਗਏ ਹਾਂ। ਸੋ ਇਹ ਐਕਸਰੇ ਦੀ ਭਰਮਾਰ ਜਿਹੜੀ ਜੋ ਸਾਨੂੰ ਪ੍ਰੂਵ ਕਰ ਰਹੀ ਹੈ ਕਿ 100 ਐਕਸਰੇ ਜੇ ਕਰਾ ਲੈਂਦੇ ਹਾਂ ਅਸੀਂ ਬੇਲੋੜੇ, ਜਿਨ੍ਹਾਂ ਸਭ ਨੋਰਮਲ ਆਈ ਜਾ ਰਿਹਾ, ਉਹ ਵੀ ਕਈ ਵਾਰ ਇਹ ਕਿਰਨਾਂ, ਐਕਸਰੇ ਦੀਆਂ ਕਿਰਨਾਂ ਆਪ ਕੈਂਸਰ ਕਰ ਦਿੰਦੀਆਂ ਨੇ। ਇੱਥੋਂ ਤੱਕ ਕਿ ਉਹ ਡਾਕਟਰ ਵੀ ਜਿਹੜੇ ਪ੍ਰੋਟੈਕਟਿਵ ਮੇਜਰ ਨਾ ਲੈਣ ਤੇ ਇਹ ਐਕਸਰੇ ਕਰਦੇ ਨੇ, ਉਹਨਾਂ ਨੂੰ ਵੀ ਬਲੱਡ ਕੈਂਸਰ ਹੋਇਆ ਦੇਖਿਆ ਗਿਆ। ਸੋ ਐਕਸਰੇ ਕਿਰਨਾਂ ਬਹੁਤ ਮਾੜਾ ਅਸਰ ਪਾਉਂਦੀਆਂ ਨੇ, ਬੇਲੋੜੀਆਂ ਇਹਨਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ। ਫਿਰ ਜੇ ਤੁਹਾਨੂੰ ਆਪ ਕੈਂਸਰ ਦੀ ਕਿਸੇ ਹੋਰ ਥਾਂ ਲਈ ਰੇਡੀਓਥੈਰੇਪੀ ਲਈਏ, ਜੋ ਕਿਰਨਾਂ ਦੇ ਨਾਲ ਟ੍ਰੀਟਮੈਂਟ ਕੀਤਾ, ਉਹੀ ਕਿਰਨਾਂ ਅਗਲਾ ਦੂਸਰਾ ਕੈਂਸਰ ਵੀ ਕਰ ਸਕਦੀਆਂ। ਹਵਾ ਵਿਚਲਾ ਪ੍ਰਦੂਸ਼ਣ ਬਹੁਤ ਅਹਿਮ ਜੀ, ਦਿਮਾਗ ਦੇ ਕੈਂਸਰ ਲਈ ਤੁਹਾਨੂੰ ਜੇ ਅਸੀਂ ਹਵਾ ਵਿਚਲਾ ਪ੍ਰਦੂਸ਼ਣ ਜੋ ਕਿ ਸੜਕਾਂ ਦੇ ਕਿਨਾਰੇ ਜਿਹੜੇ ਰਹਿੰਦੇ ਨੇ ਉਹਨਾਂ ਵਿੱਚ, ਜਾਂ ਜਿੱਥੇ ਤੁਸੀਂ ਬਹੁਤ ਇਹ ਫੈਕਟਰੀਆਂ ਵਿੱਚ ਜਾਂ ਮੋਟਰ ਵਹੀਕਲ ਵਗੈਰਾ ਜ਼ਿਆਦਾ ਹੋਣ, ਇਹਨਾਂ ਥਾਵਾਂ ਤੇ ਇਹ ਕੈਂਸਰ ਜਾਂ ਭਰਮਾਰ ਜਾਂ ਜਿਵੇਂ ਆਪਾਂ ਦੱਸਿਆ ਸੀ ਬੇਲੋੜੇ ਪੈਸਟੀਸਾਈਡ ਛਿੜਕ ਰਹੇ ਹੋ ਭਾਈ, ਤਾਂ ਤੁਹਾਡੇ ਹੱਥਾਂ ਰਾਹੀਂ, ਤੁਹਾਡੇ ਅੱਖਾਂ ਰਾਹੀਂ, ਤੁਹਾਡੇ ਵੀ ਸਰੀਰ ਅੰਦਰੋਂ ਵੜ ਰਹੇ ਨੇ, ਪੈਨੀਟ੍ਰੇਟ ਕਰ ਰਹੇ ਨੇ। ਤਾਂ ਦੂਜਿਆਂ ਲਈ ਜੋ ਤੁਸੀਂ ਵੰਡ ਰਹੇ ਹੋ ਜ਼ਹਿਰ, ਪਹਿਲਾਂ ਤੁਹਾਡੇ ਤੇ ਅਸਰ ਕਰਦਾ ਜੇ। ਹੁਣ ਇਹਦੇ ਵਿੱਚ ਇੱਕ ਸਿਗਰਟ ਨੋਸ਼ੀ ਅਹਿਮ ਜੀ, ਜੇ ਇਹ ਨਾ ਬੰਦ ਕੀਤੀ ਜਾਵੇ ਤਾਂ ਦਿਮਾਗ ਦੇ ਕੈਂਸਰ ਦੀ ਜੋ ਇਸ ਵੇਲੇ ਜਿਸ ਤਰ੍ਹਾਂ ਦੀ ਸਪੀਡ ਵੱਧ ਰਹੀ ਹੈ, ਖਾਸ ਕਰ ਘਰਾਂ ਵਿੱਚ ਜੋ ਪਿਓ ਕਰਕੇ ਬਾਹਰ ਨਿਕਲ ਗਏ, ਉਹ ਭਾਵੇਂ ਆਪ ਫੇਫੜੇ ਦੇ ਕੈਂਸਰ ਨਾਲ ਮਰੇ ਪਰ ਆਪਣੇ ਬੱਚੇ ਨੂੰ ਬ੍ਰੇਨ ਦਾ ਕੈਂਸਰ ਦੇ ਜਾਏਗਾ। ਸੋ ਇਹ ਤਾਂ ਇੱਕ ਤਰੀਕੇ, ਜਿਵੇਂ ਕਹਿੰਦੇ ਆ ਨਾ ਅਸੀਂ ਕਿ ਜਿਨ੍ਹਾਂ ਦੇ ਹੱਥਾਂ 'ਚ ਗੋਲੀਆਂ ਨੇ, AK-47 ਨੇ, ਉਹਨਾਂ ਨੂੰ ਮਾਰ ਮੁਕਾਉਣਾ ਚਾਹੀਦਾ। ਬਿਲਕੁਲ ਇੰਝ ਸਿਗਰਟ ਨੋਸ਼ੀ ਲਈ ਵੀ ਬਹੁਤ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਇੱਕ ਹੋਰ ਜਿਹੜੀ ਅਸੀਂ ਜਿਹੜਾ ਟੱਬਰ ਵਿੱਚ ਪਹਿਲਾਂ ਜਿਸ ਨੂੰ ਬ੍ਰੇਨ ਕੈਂਸਰ ਹੋਵੇ, ਉਸ ਫੈਮਿਲੀ ਦਾ ਰੈਗੂਲਰ ਬਾਕੀਆਂ ਦਾ ਚੈੱਕਅਪ ਜ਼ਰੂਰ ਹੁੰਦੇ ਰਹਿਣਾ ਚਾਹੀਦਾ। ਪਰ ਇੱਕ ਅਹਿਮ ਨੁਕਤਾ ਜਿਸ ਤੇ ਇੱਕ ਵੱਡਾ ਮੈਂ ਕੁਐਸਚਨ ਮਾਰਕ ਨਾਲ ਪਾ ਰਹੀ ਹਾਂ ਕਿ ਪਹਿਲਾਂ ਇੱਕ ਗੱਲ ਕੀਤੀ ਜਾਂਦੀ ਸੀ ਕਿ ਜਿਹੜੇ ਸਾਡੇ ਮੋਬਾਈਲ ਫੋਨਸ ਨੇ ਇਹ ਕੈਂਸਰ ਕਰਦੇ ਨੇ।
ਦੇਖੋ ਬਹੁਤ ਸਾਰੀਆਂ ਖੋਜਾਂ ਹੋਈਆਂ ਨੇ ਜਿਨ੍ਹਾਂ ਵਿੱਚ ਇਹ ਸਾਬਤ ਹੋ ਗਿਆ ਕਿ ਮੋਬਾਈਲ ਫੋਨ ਕੈਂਸਰ ਤਾਂ ਸ਼ਾਇਦ ਨਾ ਕਰ ਸਕਣ, ਪਰ ਇਹਨਾਂ ਨੂੰ ਕੰਨਾਂ ਦੇ ਨਾਲ ਜਦੋਂ ਲਾਉਂਦੇ ਆ, ਇਹ ਸਾਡੀ ਸੋਚਣ ਸਮਝਣ ਦੀ ਸ਼ਕਤੀ ਤੇ ਸਾਡੇ ਜਿਹੜੀ ਇਰੀਟੇਬਿਲਿਟੀ ਯਾਨੀ ਸਾਨੂੰ ਕੰਟਰੋਲ ਕਰਨ ਵਾਲੀ, ਜਿਹਨੂੰ ADHD ਜਾਂ ਹੋਰ ਇਹੋ ਜਿਹੇ ਜੋ ਬੱਚਿਆਂ ਵਿੱਚ ਰੋਗ ਦਿਸਣ ਲੱਗ ਗਏ ਨੇ, ਉਹਨਾਂ ਵਿੱਚ ਬਿਲਕੁਲ ਇਹਦਾ ਅਹਿਮ ਰੋਲ ਲੱਭਿਆ ਜਾ ਚੁੱਕਿਆ ਹੈ। ਕਿਉਂਕਿ ਉਹ ਕੰਨ ਦੇ ਨਾਲ ਲੱਗੇ ਦੀਆਂ ਤਰੰਗਾਂ ਜੋ ਤੁਸੀਂ ਅੰਦਰ ਤੱਕ ਜਾਂਦੀਆਂ ਨੇ, ਉਹ ਸਾਨੂੰ ਚਿੜਚਿੜਾ, ਜ਼ਿੱਦੀ, ਗੁੱਸੇ ਵਾਲਾ ਇਹ ਜ਼ਰੂਰ ਬਣਾ ਦਿੰਦੀਆਂ ਨੇ। ਤੇ ਜੇ ਲੰਮੇ ਸਮੇਂ ਤੱਕ ਕੰਨ ਨਾਲ ਰੱਖਿਆ ਜਾਏ ਤਾਂ ਕੰਨ ਵੀ ਗਰਮ, ਹੱਥ 'ਚ ਵੀ ਸੇਕ ਨਿਕਲਣਾ ਸ਼ੁਰੂ ਹੋ ਜਾਂਦਾ। ਸੋ ਵਾਰਨਿੰਗਸ ਤਾਂ ਇਹ ਜਾਰੀ ਹੋ ਚੁੱਕੀਆਂ ਨੇ ਕਿ ਜੇ ਬੱਚਾ ADHD ਦਾ ਸ਼ਿਕਾਰ ਹੋ ਰਿਹਾ ਜੇ ਤਾਂ ਤੁਹਾਡਾ ਮੋਬਾਈਲ ਫੋਨ ਉਹਦਾ ਅਹਿਮ ਰੋਲ ਅਦਾ ਕਰ ਰਿਹਾ ਹੈ। ਭਾਵੇਂ ਉਹ ਗਰਭ ਦੇ ਵਿੱਚ ਹੀ ਸੀ ਤੇ ਮਾਂ ਢਿੱਡ ਉੱਤੇ ਰੱਖ ਕੇ ਜਾਂ ਨੇੜੇ ਫੋਨ ਵਰਤਦੀ ਰਹੀ ਹੈ, ਤਾਂ ਬੱਚਾ ਜੰਮਦੇ ਹੀ ADHD ਜਾਂ ਆਟਿਜ਼ਮ ਦਾ ਸ਼ਿਕਾਰ ਹੋ ਸਕਦਾ ਹੈ। ਤਾਂ ਦੂਜੀ ਗੱਲ ਕਿ ਇਹਨੂੰ ਵਾਰਨਿੰਗਸ ਜਾਰੀ ਹੋਈਆਂ ਨੇ ਸਾਰੇ ਤਰ੍ਹਾਂ ਦੇ ਫੋਨ ਆਪਰੇਟਰਸ ਵੱਲੋਂ ਕਿ ਤੁਸੀਂ ਕੰਨ ਦੇ ਨਾਲ ਲਾ ਕੇ ਨਾ ਫੋਨ ਸੁਣੋ। ਤਾਂ ਤੁਸੀਂ ਘੱਟੋ ਘੱਟ 1 ਇੰਚ ਦੇ ਵਕਫੇ ਨਾਲ ਫੋਨ ਰੱਖ ਕੇ ਸੁਣੋ ਜਾਂ ਲਾਊਡ ਕਰਕੇ ਸੁਣ ਸਕਦੇ ਹੋ। ਤਾਂ ਕੰਨਾਂ ਦੇ ਵਿੱਚ ਡੁੰਡਣੇ ਲਾ ਕੇ ਵੀ ਤੁਸੀਂ ਨਹੀਂ ਪੜ ਸਕਦੇ, ਓਨੀਆਂ ਹੀ ਵਾਈਬ੍ਰੇਸ਼ਨ ਜਾਣੀਆਂ ਜੇ। ਸੋ ਇਹ ਤੁਹਾਨੂੰ ਖਾਸ ਖਿਆਲ ਰੱਖਣ ਦੀ ਲੋੜ ਹੈ। ਹੁਣ ਗੱਲ ਕਰਦੇ ਆ ਇੱਕ ਜਿਹੜੇ ਟਾਵਰ ਸੀ। ਦੇਖੋ 8 ਜਾਂ 9 ਸਟੱਡੀਜ਼ ਹੋਈਆਂ ਨੇ ਜਿਨ੍ਹਾਂ ਚੋਂ ਇੱਕ ਸਟੱਡੀ ਨੇ ਉੱਕਾ ਹੀ ਨਾ ਕਰ ਦਿੱਤੀ, ਇਹਦੇ ਨਾਲ ਕੈਂਸਰ ਹੋਏ ਨਹੀਂ ਦੇਖੇ। ਬਾਕੀ 7 ਖੋਜਾਂ ਇਹ ਕਹਿੰਦੀਆਂ ਨੇ ਕਿ ਜਿਨ੍ਹਾਂ ਥਾਵਾਂ ਤੇ ਟਾਵਰਸ ਲੱਗੇ ਸੀ ਉਸ ਰੇਂਜ ਦੇ ਵਿੱਚ ਆਲੇ ਦੁਆਲੇ ਬ੍ਰੇਨ ਕੈਂਸਰ ਦੇ ਕੇਸ ਵੱਧ ਆਏ। ਸੋ ਜਿੰਨਾ ਕੁ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਪਾਸੇ ਇਹ ਖੋਜਾਂ ਜਿਵੇਂ ਵੀ ਦੱਸ ਰਹੀਆਂ ਨੇ, ਇਹਨਾਂ ਦੇ ਵਿੱਚ ਇੱਕ ਗੱਲ ਤਾਂ ਪੱਕੀ ਜੇ ਕਿ ਜੇ ਬ੍ਰੇਨ ਕੈਂਸਰ ਉਸ ਥਾਂ ਤੇ ਜ਼ਿਆਦਾ ਲੱਭਿਆ ਗਿਆ ਤਾਂ ਮਤਲਬ ਇਹ ਹੈ ਕਿ ਉੱਥੇ ਘੱਟੋ ਘੱਟ ਉਸ ਇਲਾਕੇ ਦੀ ਸਰਵੇਲੈਂਸ ਪੂਰੀ ਹੋਵੇ। ਪਰ ਕਈ ਵਾਰ ਮੋਬਾਈਲ ਕੰਪਨੀਜ਼ ਦਾ ਆਪਣਾ ਇੰਨਾ ਕੁ ਦਬਦਬਾ ਹੁੰਦਾ ਕਿ ਇਹ ਖੋਜਾਂ ਨੂੰ ਦੱਬ ਦਿੰਦੀਆਂ ਨੇ, ਜਾਂ ਜਿਹੜੇ ਖੋਜ ਕਰ ਰਹੇ ਨੇ ਡਰਾ ਧਮਕਾ ਵੀ ਦਿੰਦੀਆਂ ਨੇ। ਇਹ ਖੋਜਾਂ ਵਿੱਚ ਰੁਕੀਆਂ ਵੀ ਨੇ, ਪਰ ਹਾਲੇ ਤੱਕ ਦੀਆਂ ਜੋ ਆਪਾਂ 7 ਵਰਸਸ 1 ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਵਾਕਈ ਕੈਂਸਰ ਦਾ ਖਤਰਾ ਮੋਬਾਈਲ ਟਾਵਰਸ ਨਾਲ ਜੋ ਹਵਾ ਵਿਚਲੀਆਂ ਕਿਰਨਾਂ ਰਾਹੀਂ ਜਾ ਰਿਹਾ ਜੇ ਉਹਨਾਂ ਨਾਲ ਵਧਿਆ ਹੋਇਆ ਲੱਭਿਆ। ਯਾਨੀ ਕਹਿਣ ਭਾਵ ਇਹ ਹੈ ਕਿ ਅਸੀਂ ਉਸ ਟਾਵਰ ਦੇ ਨੇੜੇ ਨਾ ਰਹੀਏ ਤਾਂ ਬਿਹਤਰ ਹੈ। ਇਹ ਵਾਰਨਿੰਗ ਜਾਰੀ ਜ਼ਰੂਰ ਹੋ ਚੁੱਕੀ, ਪਰ ਜਿਵੇਂ ਹੁਣ ਮੈਂ ਦੱਸਿਆ ਵੀ ਦਬਦਬਾ ਉਹਨਾਂ ਦਾ ਇੰਨਾ ਕਿ ਅਗਲੀਆਂ ਖੋਜਾਂ ਹੋ ਹੀ ਨਹੀਂ ਰਹੀਆਂ। ਪਰ ਸਮਝ ਆ ਜਾਂਦੀ ਹੈ 7 ਖੋਜਾਂ 'ਚ ਜੇ ਉਹਨਾਂ ਨੇ ਦੱਸਿਆ ਉਹਦੇ ਆਲੇ ਦੁਆਲੇ ਕੈਂਸਰ ਵੱਧ ਨੇ ਤਾਂ ਸਾਨੂੰ ਇਹਨਾਂ ਤੋਂ ਜ਼ਰੂਰ ਪਰਾਂ ਰਹਿਣਾ ਚਾਹੀਦਾ। ਹੁਣ ਇੱਕ ਹੋਰ ਮੈਂ ਦੱਸ ਦਿਆਂ ਕਿ ਇਹਨਾਂ ਲਈ ਜੋ ਟੈਸਟ ਕਰਨ ਵਾਸਤੇ ਸ਼ੁਰੂਆਤੀ ਬਹੁਤ ਸਾਰੇ ਇੱਦਾਂ ਹੀ ਜੈਨੇਟਿਕ ਸਟੱਡੀਜ਼ ਵੀ ਨੇ, MRI, PET ਸਕੈਨ, ਯਾਨੀ ਕੁਝ ਡਾਈ ਲਾ ਕੇ ਵੀ ਟੈਸਟ ਹੁੰਦੇ ਨੇ, ਕੋਈ ਬ੍ਰੇਨ ਬਾਇਓਪਸੀ ਵੀ ਹੋ ਸਕਦੀ ਹੈ, ਉਹ ਬਰੀਕ ਸੂਈ ਇੱਥੋਂ ਮੋਰੀ ਕਰਕੇ ਜਿਵੇਂ ਸਾਈਡ ਤੋਂ ਇੱਥੋਂ ਅੰਦਰੋਂ ਪੀਸ ਲੈ ਕੇ ਵੀ ਟੈਸਟਿੰਗ ਹੁੰਦੀ ਜੇ। ਰੀੜ੍ਹ ਦੀ ਹੱਡੀ ਚੋਂ ਵੀ ਪਾਣੀ ਲਿਆ ਜਾ ਸਕਦਾ, ਬਹੁਤ ਸਾਰੇ ਨੇ। ਸੋ ਇਹ ਟੈਸਟ ਡਾਕਟਰੀ ਸਲਾਹ ਤੋਂ ਬਗੈਰ ਕਿਸੇ ਵੀ ਹਾਲ ਵਿੱਚ ਨਹੀਂ ਹੋਣੇ ਚਾਹੀਦੇ। ਇਲਾਜ ਤਾਂ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਕੀਮੋ, ਰੇਡੀਓ, ਡਿਪੈਂਡਿੰਗ ਅਪਨ ਜਿਵੇਂ ਦੀ ਵੀ ਲੋੜ ਹੈ ਉਸ ਤਰ੍ਹਾਂ ਦੀ ਦਿੱਤੀ ਜਾਏਗੀ, ਸਰਜਰੀ ਵੀ ਉਸ ਹਿਸਾਬ ਨਾਲ ਹੋਏਗੀ। ਪਰ ਇਹਦੇ ਵਿੱਚ ਵੀ ਜਿਵੇਂ ਆਪਾਂ ਗੱਲ ਕੀਤੀ ਸੀ ਸਰਵਾਈਕਲ ਕੈਂਸਰ ਦੀ, ਇਹਦੇ 'ਚ ਵੀ ਇਮਿਊਨੋਥੈਰੇਪੀ ਬਹੁਤ ਤਗੜਾ ਰੋਲ ਹੈ। ਇਸ ਵੇਲੇ ਜੋ ਲੇਟੈਸਟ ਐਡਵਾਂਸਿਸ ਨੇ ਕਿ ਆਪਣੀ ਸਰੀਰ ਨੂੰ ਤਗੜਾ ਕਰ ਦਿੱਤਾ ਜਾਂਦਾ ਹੈ ਕਿ ਉਹ ਇਹਨੂੰ ਲੜਾਈ ਲੜ ਸਕੇ। ਇੰਜੀ ਬੜਾ ਕਮਾਲ ਦਾ ਮਹੀਨ ਜੋ ਲੇਜ਼ਰ ਨਾਲ ਇਸ ਵੇਲੇ ਟ੍ਰੀਟਮੈਂਟ ਹੁੰਦੀ ਜੇ, ਉਹ ਵੀ ਬੜਾ ਫਾਈਨਰ ਕੱਟ ਨਾਲ ਕੱਢ ਸਕਦੀ ਹੈ। ਇਸੇ ਤਰ੍ਹਾਂ ਟਾਰਗੇਟ ਥੈਰੇਪੀ ਜਿਹਦੇ ਨਾਲ ਅਸੀਂ ਉਹਨਾਂ ਕੁ ਹਿੱਸਾ ਹੀ ਕਰਦੇ ਹਾਂ। ਪਰ ਐਡਵਾਂਸ ਵਿੱਚ ਕਈ ਵਾਰ ਸਾਨੂੰ ਸ਼ੰਟ, ਯਾਨੀ ਕਿ ਦੇਖਿਆ ਹੋਏਗਾ ਕਿ ਦਿਮਾਗ ਦੇ ਅੰਦਰੋਂ ਇੱਥੋਂ ਪਾਈਪ ਪਾ ਕੇ ਉਹ ਢਿੱਡ ਦੇ ਵਿੱਚੋਂ ਦੀ ਕੱਢ ਦਿੰਦੇ ਨੇ ਤਾਂ ਕਿ ਵਾਧੂ ਪਾਣੀ ਉੱਥੋਂ ਨਿਕਲਦਾ ਰਵੇ, ਦਬਾਅ ਨਾ ਰਹੇ। ਇੰਜੀ ਕਈ ਚੀਜ਼ਾਂ ਨੇ, ਜਿਵੇਂ ਕੁਝ ਮੈਨੀਟੋਲ ਲਾਣਾ ਪੈ ਸਕਦਾ ਦਬਾਅ ਘਟਾਉਣ ਲਈ, ਕੋਰਟੀਸੋਲ, ਕੋਰਟੀਕੋਸਟੀਰੋਇਡ। ਉਹ ਹੁੰਦਾ ਜੇ ਜਦੋਂ ਐਡਵਾਂਸ ਥੈਰੇਪੀ ਜਿੱਥੇ ਤੁਸੀਂ ਦਾਖਲ ਹੋ, ਇਲਾਜ ਚੱਲ ਰਿਹਾ, ਸਿਰਫ ਉੱਥੇ ਹੀ ਇਹ ਚੀਜ਼ਾਂ ਕਰਵਾਉਣ ਦੀ ਲੋੜ ਹੈ।
ਇਸ ਤਰ੍ਹਾਂ ਪੁੱਠੀਆਂ ਸਿੱਧੀਆਂ ਫੋਨ ਤੇ ਰੱਬ ਦਾ ਵਾਸਤਾ ਸਲਾਹ ਲੈ ਕੇ ਜਾਂ ਕੈਮਿਸਟ ਤੋਂ ਦਵਾਈਆਂ ਲੈ ਕੇ ਨਾ ਸਰੀਰ ਦਾ ਨਾਸ ਮਾਰਿਓ। ਪਰ ਜਤਿੰਦਰ ਜੀ, ਇੱਕ ਅਹਿਮ ਆਪਾਂ, ਮੇਰਾ ਖਿਆਲ ਹੈ, ਕਿਉਂਕਿ ਸਮਾਂ ਫਿਰ ਘੱਟ ਰਹਿ ਜਾਂਦਾ, ਇਲਾਜ ਤੋਂ ਬਾਅਦ ਦਾ ਬਹੁਤ ਇੰਪੋਰਟੈਂਟ ਜਿਹੜੀ ਗੱਲ ਆਪਾਂ ਨੂੰ ਕਰਨ ਦੀ ਲੋੜ ਹੈ, ਕੀ ਖੁਰਾਕ ਤੇ ਉਸ ਸਮੇਂ ਕੀ ਸਾਵਧਾਨੀਆਂ ਵਰਤੀਆਂ ਜਾਣ ਵੀ ਇਹ ਦੁਬਾਰਾ ਨਾ ਹੋਵੇ, ਜਾਂ ਜਿਹੜੇ ਤੁਹਾਡੇ ਉਸ ਸਮੇਂ ਹੁਣ ਹਿੱਸਾ ਆਖਰ ਦਿਮਾਗ ਚੋਂ ਕੱਢਿਆ ਗਿਆ, ਕੁਝ ਨੁਕਸ ਹੋ ਸਕਦੇ ਨੇ, ਉਹਨਾਂ ਦਾ ਕੀ ਇਲਾਜ ਕੀਤਾ ਜਾਏ। ਬਿਲਕੁਲ, ਇਹ ਬੜਾ ਜ਼ਰੂਰੀ ਹੈ ਜੀ ਦੱਸਣਾ, ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਆਪਾਂ ਜਦੋਂ ਬਿਮਾਰੀ ਦਾ ਪਤਾ ਲੱਗ ਜਾਂਦਾ ਉਹਦਾ ਟ੍ਰੀਟਮੈਂਟ ਲੈਂਦੇ ਆ ਤੇ ਉਦੋਂ ਤਾਂ ਪੂਰੀ ਵਾਹ ਲਾ ਦਿੰਦੇ ਆ ਕਿ ਇਹਨੂੰ ਆਪਾਂ ਰੋਕੀਏ, ਇਹਨੂੰ ਜੜ ਤੋਂ ਖਤਮ ਕਰੀਏ, ਇਹਨੂੰ ਆਪਣੇ ਸਰੀਰ ਦੇ ਵਿੱਚੋਂ ਕੱਢ ਦਈਏ। ਪਰ ਜਿਵੇਂ ਥੋੜਾ ਸਮਾਂ ਬੀਤਦਾ ਤੇ ਫਿਰ ਉਹ ਜਿਹੜੀਆਂ ਹਦਾਇਤਾਂ ਦਿੱਤੀਆਂ ਹੁੰਦੀਆਂ ਡਾਕਟਰਾਂ ਨੇ, ਕਿਤੇ ਨਾ ਕਿਤੇ ਆਪਾਂ ਉਹਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਆ। ਆਮ ਖੁਰਾਕਾਂ ਵੀ ਸ਼ੁਰੂ ਹੋ ਜਾਂਦੀਆਂ, ਆਮ ਵਿਚਰਨਾ ਵੀ ਸ਼ੁਰੂ ਹੋ ਜਾਂਦਾ, ਸਾਰਾ ਕੁਝ ਖਾਣ ਪਾਣ, ਸਾਰੀਆਂ ਚੀਜ਼ਾਂ ਦੀ ਤਬਦੀਲੀ ਇੱਕ ਵਾਰ ਫਿਰ ਹੋਣ ਲੱਗ ਪੈਂਦੀ ਹੈ। ਔਰ ਉਹਦਾ ਦੱਸਿਓ ਬੜਾ ਜ਼ਰੂਰੀ ਹੁੰਦਾ ਕਿ ਇਹਦੇ ਬਾਅਦ ਦੇ ਵਿੱਚ ਵੀ ਕੀ ਹੁੰਦੇ ਆ ਇਸ ਤਰ੍ਹਾਂ ਦੇ ਕਿ ਚਾਂਸ ਕਿ ਦੁਬਾਰਾ ਇਹ ਹੋ ਜਾਂਦੀ ਹੈ, ਔਰ ਜੇ ਹੁੰਦੀ ਹੈ ਤਾਂ ਫਿਰ ਉਹਦੇ ਕਾਰਨ ਕੀ ਹੁੰਦੇ ਆ ਔਰ ਉਹਦੇ ਤੋਂ ਕਿਵੇਂ ਬਚਿਆ ਜਾ ਸਕਦਾ? ਬਿਲਕੁਲ, ਹਰ ਤਰ੍ਹਾਂ ਦਾ ਕੈਂਸਰ ਹੈ ਜਿਹੜਾ ਦੁਬਾਰਾ ਹੋਣ ਦੇ ਆਸਾਰ ਹੁੰਦੇ ਨੇ। ਇਸੇ ਲਈ 5 ਸਾਲ ਤੱਕ ਪਹਿਲਾਂ ਤਾਂ ਰੈਗੂਲਰ ਚੈੱਕਅਪ ਬਹੁਤ ਅਹਿਮ ਨੇ, ਰੈਗੂਲਰ ਟੈਸਟ ਵੀ ਹੁੰਦੇ ਨੇ। ਉਹਨਾਂ ਦੇ ਹਿਸਾਬ ਨਾਲ ਇਹ ਪਤਾ ਲੱਗਦਾ ਰਹਿੰਦਾ ਹੈ ਵੀ ਕੀ ਇਹਦੇ ਦੁਬਾਰਾ ਲੱਛਣ ਤਾਂ ਨਹੀਂ ਦਿਸਣੇ ਸ਼ੁਰੂ ਹੋਏ, ਕੁਝ ਹਨ। ਸੋ ਇਸ ਚੀਜ਼ ਤੋਂ ਤਾਂ ਬੇਗੌਰੀ ਕਰ ਹੀ ਨਹੀਂ ਸਕਦੇ, ਉਹ ਤਾਂ ਆਪਣੀ ਜਾਨ ਨਾਲ ਖੇਡਣ ਦੀ ਗੱਲ ਹੈ। ਸੋ ਰੈਗੂਲਰ ਟੈਸਟ ਜ਼ਰੂਰੀ ਨੇ ਪਹਿਲੇ 5 ਸਾਲ, ਜਦੋਂ ਤੁਸੀਂ ਇੱਕ ਵਾਰ ਆਪਰੇਟ ਕਰਵਾ ਲਿਆ। ਹੁਣ ਉਹਦੇ ਬਾਅਦ ਹੁੰਦਾ ਕੀ ਜੇ ਕਿ ਅਸੀਂ ਬਹੁਤ ਵਾਰ ਕੇਸ ਦੇਖੇ ਨੇ, ਓੜ ਪੋੜ ਕਰਨੇ ਸ਼ੁਰੂ ਕਰ ਦਿੰਦੇ ਨੇ, ਅੱਛਾ ਜੀ ਕੈਂਸਰ ਤੋਂ ਬਚੇ, ਹੁਣ ਦੱਸੋ ਜੀ ਕਿਹੜੀਆਂ ਦੇਸੀ ਖਾਣੀਆਂ ਜੇ। ਸਾਡੇ ਕੋਲ ਕੇਸ ਨੇ ਜੋ ਕਿ ਰਿਪੋਰਟ ਹੋ ਚੁੱਕੇ ਨੇ ਮੈਡੀਕਲ ਜਰਨਲਸ ਵਿੱਚ ਕਿ ਕੁਝ ਤਰ੍ਹਾਂ ਦੀਆਂ ਦੇਸੀ ਦਵਾਈਆਂ, ਉਹ ਕੈਂਸਰ ਤਾਂ ਵੱਖਰਾ ਛੱਡੋ ਜੀ, ਉਹਨਾਂ ਨੇ ਜਿਗਰ ਦਾ ਨਾਸ ਮਾਰਿਆ। ਸਾਡੇ ਕੋਲ ਪ੍ਰੂਵਨ ਨੇ, ਇਹ ਰਿਪੋਰਟ ਹੋ ਚੁੱਕੀਆਂ ਚੀਜ਼ਾਂ ਨੇ ਕਿ ਉਹਨਾਂ ਵਿੱਚ ਇੰਨੇ ਕੁ ਹੈਵੀ ਮੈਟਲਸ ਸਨ ਕਿ ਉਹਨਾਂ ਨੇ ਜਿਗਰ ਜਾਂ ਗੁਰਦੇ ਦਾ ਨਾਸ ਮਾਰ ਦਿੱਤਾ, ਤੇ ਉਹ ਬੰਦਾ ਬ੍ਰੇਨ ਕੈਂਸਰ ਨਾਲ ਨਹੀਂ ਮਰਿਆ, ਸਗੋਂ ਇਹਨਾਂ ਨਾਲ ਹੈਵੀ ਮੈਟਲਸ ਨਾਲ ਮਰ ਗਿਆ। ਸੋ ਰੱਬ ਦਾ ਵਾਸਤਾ ਜੇ ਕੈਂਸਰ ਦੇ ਵਿੱਚ ਇਹੋ ਜਿਹੀਆਂ ਓੜ ਪੋੜ ਵਾਲੀਆਂ ਦਵਾਈਆਂ ਨਾ ਕੀਤੀਆਂ ਜਾਣ। ਅਸੀਂ ਬੇਨਤੀ ਹੋਈ ਕਰ ਸਕਦੇ ਹਾਂ, ਬਾਕੀ ਤਾਂ ਜਿਵੇਂ ਤੁਹਾਡੀ ਇੱਛਾ, ਤੁਹਾਡੀ ਜ਼ਿੰਦਗੀ, ਜੋ ਕਰਨਾ ਚਾਹੋ। ਪਰ ਇਹ ਚੀਜ਼ਾਂ ਜੋ ਸਾਬਤ ਹੋਏ ਤੱਥ ਨੇ, ਖੋਜਾਂ ਤੇ ਆਧਾਰਿਤ ਕੇਸ ਵੀ ਆ ਚੁੱਕੇ ਨੇ ਕਿ ਉਹ ਦਵਾਈਆਂ ਸਗੋਂ, ਕਿਉਂਕਿ ਸਰੀਰ ਨਰਮ ਪੈ ਚੁੱਕਿਆ ਹੁੰਦਾ, ਉਹਨੇ ਬਹੁਤ ਸਾਰੀਆਂ ਦਵਾਈਆਂ ਹੋਰ ਖਾ ਚੁੱਕਿਆ ਜਿਨ੍ਹਾਂ ਨੇ ਅੱਗੇ ਹੀ ਜਿਗਰ ਨੇ ਉਹ ਸਭ ਭਾਰ ਚੱਲਣਾ। ਇਹ ਇੱਕ ਇੱਥੇ ਧਾਰਨਾ ਨਾ, ਇੱਕ ਧਾਰਨਾ ਲੋਕਾਂ ਦੀ ਇਹ ਵੀ ਬੜੀ ਹੋਈ ਆ, ਉਹ ਕਹਿੰਦੇ ਵੀ ਜਦੋਂ ਇੰਗਲਿਸ਼ ਦਵਾਈਆਂ, ਅੰਗਰੇਜ਼ੀ ਦਵਾਈਆਂ ਦਾ ਸ਼ਬਦ ਇਹਨਾਂ ਨੂੰ ਵਰਤਦੇ ਆ ਉਹ ਜ਼ਿਆਦਾਤਰ, ਉਹ ਕਹਿੰਦੇ ਵੀ ਜਦੋਂ ਆਪਾਂ ਇਹ ਖਾ ਲੈਂਦੇ ਆ ਤੇ ਉਸ ਤੋਂ ਬਾਅਦ ਫਿਰ ਸਰੀਰ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਅਸਰ ਕਰ ਜਾਂਦੀਆਂ। ਇਸ ਕਰਕੇ ਲੋਕਾਂ ਨੂੰ ਇਹ ਹੁੰਦਾ ਕਿ ਚਲੋ ਹੁਣ ਤਾਂ ਕੰਮ ਠੀਕ ਹੋ ਗਿਆ ਤੇ ਆਪਾਂ ਦੇਸੀ ਦਵਾਈਆਂ ਲੈ ਲਈਏ, ਉਹਦਾ ਮਾੜਾ ਪ੍ਰਭਾਵ ਸਰੀਰ ਦੇ ਉੱਤੇ ਨਹੀਂ ਪੈਂਦਾ। ਇਸ ਚੀਜ਼ ਨੂੰ ਵੀ ਦੱਸਿਓ ਕਿ ਉਹਦਾ ਮਾੜਾ ਪ੍ਰਭਾਵ ਕਿੰਨਾ ਕੁ ਪੈਂਦਾ, ਕਿਉਂਕਿ ਲੋਕ ਇਹੀ ਸੋਚ ਕੇ ਬੈਠੇ ਹੁੰਦੇ ਆ ਵੀ ਉਹ ਪਹਿਲੀਆਂ ਜਿਹੜੀਆਂ ਦਵਾਈਆਂ ਸੀ ਉਹਨਾਂ ਨੇ ਤਾਂ ਪ੍ਰਭਾਵ ਪਾਤਾ ਸਰੀਰ ਤੇ, ਹੁਣ ਜੇ ਇਹ ਲਵਾਂਗੇ ਇਹਦੇ ਨਾਲ ਇੱਕ ਤਾਂ ਉਹ ਚੀਜ਼ ਜਿਹੜੀ ਹੈ ਦੁਬਾਰਾ ਸ਼ੁਰੂ ਨਹੀਂ ਹੋਊਗੀ ਤੇ ਨਾਲੇ ਸਰੀਰ ਨੂੰ ਨੁਕਸਾਨ ਨਹੀਂ ਹੋਣਾ। ਦੇਖੋ, ਇਹ ਲੈਬੋਰੇਟਰੀ ਟੈਸਟਿੰਗ ਨਾਲ ਇਹ ਖੋਜਾਂ ਛਪੀਆਂ ਨੇ, ਜਿਨ੍ਹਾਂ ਨੇ ਉਹਨਾਂ ਗੋਲੀਆਂ ਨੂੰ ਵੀ ਟੈਸਟ ਕੀਤਾ ਜਿਹੜੀਆਂ ਖਾ ਰਹੇ ਸਨ, ਫਿਰ ਉਹਨਾਂ ਦੇ ਸਰੀਰ ਦੇ ਅੰਦਰ ਲਹੂ ਦੀ ਮਾਤਰਾ ਦਾ ਵੀ ਟੈਸਟ ਕੀਤਾ, ਫਿਰ ਜਿਗਰ ਤੇ ਗੁਰਦਿਆਂ ਦਾ ਵੀ ਟੈਸਟ ਕੀਤਾ। ਬਹੁਤ ਸਾਰੇ ਸਨ ਜਿਨ੍ਹਾਂ 'ਚ ਆਰਸੈਨਿਕ, ਬਿਸਮਥ, ਏਦਾਂ ਦੇ ਹੈਵੀ ਮੈਟਲਸ ਲੱਭੇ, ਜਿਨ੍ਹਾਂ ਨੇ ਅੰਦਰ ਉਹਨਾਂ ਦੇ ਖੂਨ 'ਚ ਵੀ ਲੱਭੇ, ਉਹਨਾਂ ਦਵਾਈਆਂ ਗੋਲੀਆਂ ਦੇ ਵਿੱਚੋਂ ਵੀ ਲੱਭੇ, ਤੇ ਉਹਨਾਂ ਨੇ ਜਿਗਰ ਤੇ ਗੁਰਦੇ ਖਰਾਬ ਵੀ ਕਰ ਦਿੱਤੇ, ਸਦੀਵੀ ਨੁਕਸਾਨ ਕਰ ਦਿੱਤਾ। ਸੋ ਇਹ ਚੀਜ਼ਾਂ ਤਾਂ ਡਾਕੂਮੈਂਟਡ ਨੇ, ਜੋ ਕਿ ਖੋਜਾਂ ਦੇ ਉੱਤੇ ਆਧਾਰਿਤ ਨੇ, ਵੀ ਲੱਭ ਚੁੱਕੇ ਨੇ ਕੇਸ। ਇਸੇ ਲਈ ਇਹਨਾਂ ਚੀਜ਼ਾਂ ਦੇ, ਖਾਸ ਕਰ ਇਸ ਤਰ੍ਹਾਂ ਦੇ ਐਡਵਾਂਸਡ ਕੈਂਸਰ ਵਿੱਚ ਕਿਸੇ ਵੀ ਹਾਲ ਵਿੱਚ ਦੇਸੀ ਦਵਾਈ ਨਾ ਲਈ ਜਾਵੇ, ਇਸ ਤੇ ਵਾਰਨਿੰਗ ਦਿੱਤੀ ਜਾਂਦੀ ਜੇ। ਜਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਤੁਸੀਂ, ਕਿਉਂਕਿ ਇੱਕ ਤਾਂ ਪੱਠਿਆਂ ਦੀ ਕਮਜ਼ੋਰੀ ਆਮ ਹੁੰਦੀ ਜੇ, ਕਿਉਂਕਿ ਦਿਮਾਗ ਦੇ ਵਿੱਚ ਹਿਲਜੁਲ ਹੋਈ ਹੈ ਤਾਂ ਸਰੀਰ ਦਾ ਕੋਈ ਵੀ ਹਿੱਸਾ ਕਮਜ਼ੋਰ ਪੈ ਸਕਦਾ ਜੇ। ਸੋ ਫਿਜ਼ੀਓਥੈਰੇਪੀ ਇੱਕ ਬਹੁਤ ਅਹਿਮ ਜੇ, ਯੋਗ ਬਹੁਤ ਜ਼ਿਆਦਾ ਅਸਰਦਾਰ ਜੇ, ਕਿਉਂਕਿ ਉਹਦੇ ਨਾਲ ਅਸੀਂ ਅਫਸੋਸ ਕਿ ਉਹਨੂੰ ਯੋਗਾ ਕਹਿ ਕੇ ਪਤਾ ਨਹੀਂ ਕਿਉਂ ਅੰਗਰੇਜ਼ੀ ਪੁਣਾ ਬਣਾਤਾ ਵਿੱਚ, ਪਰ ਉਹਦਾ ਅਸਲ ਸ਼ਬਦ ਯੋਗ ਸੀ। ਅਸੀਂ ਕਿਉਂਕਿ ਜਿਹੜੇ ਅੰਗਰੇਜ਼ ਉਹਨਾਂ ਨੂੰ ਏ ਲਾ ਕੇ ਲਿਖਦੇ ਨੇ, ਅਸੀਂ ਉਹਨੂੰ ਯੋਗਾ ਹੀ ਬਣਾ ਦਿੱਤਾ, ਪਰ ਉਹ ਹੈ ਯੋਗ। ਸੋ ਯੋਗ ਦਾ ਅਭਿਆਸ ਬਹੁਤ ਅਹਿਮ ਹੈ, ਜਿੱਥੇ ਤੁਹਾਨੂੰ ਮਾਨਸਿਕ ਪੱਖੋਂ ਹੁਲਾਰਾ ਦਿੰਦਾ ਜੇ, ਉੱਥੇ ਹੀ ਤੁਹਾਨੂੰ ਉਹ ਇੱਕ ਯਾਨੀ ਤੁਹਾਨੂੰ ਕੰਸੈਂਟਰੇਟ ਕਰਦਾ ਜੇ। ਮੈਡੀਟੇਟ ਦੇ ਨਾਲ ਉਹ ਕਾਫੀ ਤੁਹਾਨੂੰ ਆਪਣੀ ਅੰਦਰੂਨੀ ਤਾਕਤ ਵਧਾ ਸਕਦੇ ਹੋ।
ਸੋ ਵੱਖੋ ਵੱਖਰੇ ਪੱਠਿਆਂ ਦੀ ਤੁਹਾਨੂੰ ਕਸਰਤ ਦੀ ਲੋੜ ਹੈ ਜਦੋਂ ਵੀ ਤੁਹਾਨੂੰ ਇਹ ਬਿਮਾਰੀ ਸ਼ੁਰੂ ਹੋਈ ਹੋਵੇ। ਫਿਰ ਕਈ ਹੁੰਦੇ ਜੇ ਜਿਵੇਂ ਅਰਨਿੰਗ ਮੈਂਬਰ, ਹੁਣ ਘਰ ਦਾ ਕਮਾਊ ਪੁੱਤ ਚਲਾ ਗਿਆ ਤਾਂ ਫਿਰ ਉਹਦੀ ਕਮਾਈ ਦਾ ਸਾਧਨ ਬਣਾਉਣ ਲਈ ਇਸ ਤਰੀਕੇ ਦਾ ਕੋਈ ਤਬਦੀਲੀ, ਮਿਸਾਲ ਵਜੋਂ ਲੱਤਾਂ ਨਹੀਂ ਤੁਰ ਰਹੀਆਂ, ਤੁਹਾਨੂੰ ਹੱਥ ਦੇ ਰਾਹੀਂ ਕੁਝ ਅਜਿਹਾ ਸਿਖਾ ਦੇਣਾ ਕੰਮ ਕਿ ਉਹ ਭਾਵੇਂ ਉਹ ਮੋਮਬੱਤੀਆਂ ਬਣਾਉਣ ਲੱਗ ਜਾਵੇ ਜਾਂ ਕੋਈ ਇਹੋ ਜਿਹਾ ਹੱਥ ਦੀ ਜਿਹੜੀ ਕਾਰੀਗਰੀ ਜੋ ਕਿ ਮਹਿੰਗੀ ਅੱਗੋਂ ਵਿਕ ਸਕੇ, ਉਹ ਚੀਜ਼ਾਂ ਦੀ ਸਿੱਖਿਆ ਦੇਣ ਦੀ ਉਸ ਸਮੇਂ ਬਹੁਤ ਅਹਿਮ ਲੋੜ ਹੈ ਜੋ ਬੰਦੇ ਨੂੰ ਇੱਕ ਪੋਜ਼ਿਟਿਵ ਐਟੀਟਿਊਡ 'ਚ ਭਰ ਦਿੰਦੀ ਜੇ। ਫਿਰ ਸਪੀਚ ਥੈਰੇਪੀ ਬਹੁਤ ਇੱਕ ਜ਼ਰੂਰੀ ਜੇ। ਕਈ ਵਾਰ ਤੁਹਾਨੂੰ ਯਾਨੀ ਜੋ ਪਹਿਲਾਂ ਸਥਲਾ ਰਹੇ ਹੋਣ ਜਾਂ ਬੋਲਣ ਵਿੱਚ ਅੜਚਨ ਆ ਰਹੀ ਹੋਵੇ ਤਾਂ ਉਦੋਂ ਇਹ ਸਪੀਚ ਥੈਰੇਪੀ ਤੁਹਾਨੂੰ ਨਾਰਮਲ ਲਿਆ ਸਕਦੀ ਹੈ। ਫਿਰ ਸਕੂਲ ਬੱਚਿਆਂ ਦਾ ਖਾਸ ਤੌਰ ਤੇ ਜਿਹੜਾ ਪੜ੍ਹ ਰਹੇ ਨੇ ਉਹਨਾਂ ਨੂੰ ਭੁੱਲ ਜਾਣਾ, ਯਾਦ ਨਾ ਰਹਿਣਾ, ਇਹੋ ਜਿਹੀਆਂ ਚੀਜ਼ਾਂ ਨੇ, ਸੋ ਉਹ ਵੱਖਰਾ ਇੱਕ ਡਾਕਟਰੀ ਸਲਾਹ ਨਾਲ ਉਹਨਾਂ ਦੀ ਟ੍ਰੀਟਮੈਂਟ ਜ਼ਰੂਰੀ ਜੇ, ਜਿਨ੍ਹਾਂ ਨੂੰ ਕਿਸ ਤਰੀਕੇ ਉਹਨਾਂ ਨੂੰ ਵਿਜ਼ੂਅਲ ਵੀ ਤੇ ਆਡੀਟਰੀ ਤਰੀਕੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਉਹ ਯਾਦਦਾਸ਼ਤ ਰੈਗੂਲੇਟ ਕਰਨ ਲਈ ਉਹ ਢੰਗ ਤਰੀਕੇ ਸਿਖਾਏ ਜਾਂਦੇ ਨੇ। ਬਹੁਤ ਸਾਰੇ ਕਿਸਮਾਂ ਦੇ ਸੰਗੀਤ ਨੇ, ਤੁਸੀਂ ਹੈਰਾਨ ਹੋਵੋਗੇ, ਮਧੁਰ ਸੰਗੀਤ ਜਿਹੜੇ ਤੁਹਾਡੇ ਦਿਮਾਗ ਦੀਆਂ ਤਰੰਗਾਂ 'ਚ ਨੁਕਸ ਪੈ ਜਾਂਦਾ ਜੇ ਕਿਉਂਕਿ ਉਹ ਹਿੱਸਾ ਇੱਕ ਕੱਟਿਆ ਗਿਆ। ਉਹ ਤਰੰਗਾਂ, ਜਿਵੇਂ ਮੈਂ ਯੋਗ ਦਾ ਰੋਲ ਦੱਸਿਆ ਸੀ ਬਹੁਤ ਅਹਿਮ ਹੈ, ਉਸੇ ਤਰ੍ਹਾਂ ਉਹ ਸੰਗੀਤ, ਮਧੁਰ ਸੰਗੀਤ ਤੁਹਾਡੀਆਂ ਉਹ ਤਰੰਗਾਂ ਰੈਗੂਲੇਟ ਕਰਨ ਵਿੱਚ ਅਸਰ ਬਹੁਤ ਕਮਾਲ ਦਾ ਦਿਖਾਉਂਦਾ ਜੇ। ਸੋ ਇਹ ਅਸੀਂ ਇਹਦਾ ਨਾਂ ਹੀ ਸਗੋਂ ਥੈਰੇਪੀ ਦੇ ਵਿੱਚ ਸ਼ਾਮਲ ਕਰ ਲਿਆ। ਸੋ ਸੰਗੀਤ ਅਹਿਮ ਰੋਲ, ਈਵਨ ਐਕਿਊਪੰਕਚਰ ਕਈ ਵਾਰ ਤੁਸੀਂ ਪੀੜ ਨੂੰ ਰਾਹਤ ਦਿਵਾਉਣ ਲਈ ਵਰਤ ਸਕਦੇ ਹੋ। ਹੁਣ ਇਹਦੇ ਵਿੱਚ ਇੱਕ ਬਹੁਤ ਅਹਿਮ ਰੋਲ ਜੇ ਕਿ ਜਿਨ੍ਹਾਂ ਨੂੰ ਅੱਗੇ ਬ੍ਰੇਨ ਕੈਂਸਰ ਹੋ ਗਿਆ ਉਹਨਾਂ ਨੂੰ ਇਹੋ ਜਿਹੇ ਇੱਕ ਸੈਲਫ ਹੈਲਪ ਗਰੁੱਪਸ ਬਣਾ ਦਿੱਤੇ ਨੇ ਕਿ ਇੱਕ ਦੂਜੇ ਨਾਲ ਗੱਲ ਕਰਨ ਨਾਲ ਉਹ ਇੱਕ ਪੋਜ਼ਿਟਿਵ ਵੇਵ ਨਿਕਲਦੀ ਹੈ, ਪੋਜ਼ਿਟਿਵ એનર્ਜੀ ਮਿਲਦੀ ਹੈ, ਸੋ ਉਹ ਉਹਨਾਂ ਲਈ ਠੀਕ ਰਹਿੰਦਾ ਜੇ। ਫਿਰ ਟੱਬਰ ਵੱਲੋਂ ਸਾਂਭ ਸੰਭਾਲ ਬਹੁਤ ਅਹਿਮ ਹੈ। ਕਈ ਤਾਂ ਟੱਬਰ ਟੁੱਟ ਹੀ ਜਾਂਦੇ ਨੇ, ਚਲੋ ਜੀ ਮਰਿਆ ਖਪਿਆ ਬਾਬਾ ਛੱਡੋ, ਪਰ ਜਿਨ੍ਹਾਂ ਨੂੰ ਟੱਬਰ ਵਿੱਚੋਂ ਇੱਕ ਪੋਜ਼ਿਟਿਵ એનર્ਜੀ ਮਿਲਦੀ ਹੋਏ, ਸਾਂਭ ਸੰਭਾਲ ਹੋਵੇ, ਉਹ ਦੇਖਿਆ ਗਿਆ ਕਿ ਕੈਂਸਰ ਨਾਲ ਵਧੀਆ ਜੰਗ ਵਿੱਢ ਲੈਂਦੇ ਨੇ, ਚੰਗੀ ਵੱਡੀ ਉਮਰ ਵੀ ਭੋਗਦੇ ਨੇ, ਛੇਤੀ ਰਿਕਵਰੀ ਵੀ ਹੁੰਦੀ ਜੇ। ਸੋ ਹਰ ਕਿਸਮ ਦੀ ਉਮਰ, ਸਿਹਤ, ਕਿੰਨਾ ਫੈਲਿਆ, ਹੋਰ ਕੋਈ ਸਰੀਰਕ ਰੋਗ ਸਨ ਜਾਂ ਨਹੀਂ, ਫਿਰ ਕੀ ਸੈਕਸ ਉਹਦਾ ਕੀ ਹੈ, ਮੇਲ ਹੈ ਫੀਮੇਲ ਹੈ, ਇਹ ਸਾਰੀਆਂ ਚੀਜ਼ਾਂ ਆਧਾਰ ਬਣਾਉਂਦੀਆਂ ਨੇ ਕਿਸੇ ਦੀ ਕਿ ਲੰਬੀ ਜ਼ਿੰਦਗੀ ਹੋਣੀ ਹੈ ਕਿਸੇ ਦੀ ਜਾਂ ਨਹੀਂ, ਤੇ ਉਹਨੇ ਕਿੰਨਾ ਕੁ ਕੈਂਸਰ ਨਾਲ ਲੜ ਸਕਣਾ ਹੈ, ਜੰਗ ਵਿੱਢ ਸਕਣੀ ਹੈ ਜਾਂ ਨਹੀਂ। ਇੱਕ ਪੋਜ਼ਿਟਿਵ એનર્ਜੀ ਹੋਣੀ, ਕੈਂਸਰ ਕਿਸੇ ਵੀ ਕਿਸਮ ਦਾ ਹੋਏ, ਬਹੁਤ ਜ਼ਰੂਰੀ ਜੇ, ਜੋ ਸਾਨੂੰ ਕਿਸੇ ਵੀ ਹਾਲ ਵਿੱਚ ਭਾਵੇਂ ਹੋਈਏ ਲੰਬੀ ਜ਼ਿੰਦਗੀ ਸਾਨੂੰ ਭੋਗਣ ਲਈ ਇੱਕ ਸਹਾਈ ਸਿੱਧ ਹੋ ਚੁੱਕੀ। ਬਿਲਕੁਲ ਜੀ, ਕਾਫੀ ਮਹੱਤਵਪੂਰਨ ਜਾਣਕਾਰੀਆਂ ਨੇ। ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਰਹਿ ਗਈ ਹੋਵੇ, ਕਿਉਂਕਿ ਆਪਣੇ ਸ਼ੋਅ ਦਾ ਸਮਾਂ ਜਿਹੜਾ ਲਗਭਗ ਪੂਰਾ ਹੋਣ ਵਾਲਾ ਹੈ, ਕੋਈ ਹੋਰ ਜਾਣਕਾਰੀ ਜਿਹੜੀ ਆਪਾਂ ਨੂੰ ਲੱਗਦਾ ਕਿ ਰਹਿ ਗਈ ਇਹਦੇ ਵਿੱਚ ਤੁਸੀਂ ਨਹੀਂ ਦਿੱਤੀ ਤਾਂ ਉਹ ਦੇ ਸਕਦੇ ਹੋ ਜੀ? ਦੇਖੋ, ਇੱਕ ਉਮਰ ਦਾ ਮੈਂ ਅਹਿਮ ਰੋਲ ਦੱਸ ਦਿੰਨੀ ਆ ਕਿ ਜਿੰਨਾ ਛੋਟੀ ਉਮਰ ਯਾਨੀ 15 ਤੋਂ 39 ਸਾਲ ਦੀ ਉਮਰ ਦੇ ਜਿਹੜੇ ਜਿਨ੍ਹਾਂ ਨੂੰ ਕੈਂਸਰ ਦਿਮਾਗ ਦਾ ਹੋਵੇ, ਉਹਦੇ 'ਚ ਤੁਸੀਂ ਦੇਖੋ 97%, 97% ਨੇ ਜਿਹੜੇ 5 ਸਾਲ ਦੀ ਉਮਰ ਵਧੀਆ ਭੋਗ ਜਾਂਦੇ ਨੇ, ਇਲਾਜ ਨੂੰ ਬੜਾ ਵਧੀਆ ਤਰੀਕੇ ਜਰ ਜਾਂਦੇ ਨੇ, ਖਾਸ ਤੌਰ ਤੇ ਜੇ ਉਹ ਇੱਕ ਮਹਿਸੂਸ ਕਰਨ ਕਿ ਹਾਂ ਮੈਂ ਲੋੜੀਂਦਾ ਆਪਣੇ ਟੱਬਰ ਲਈ ਜੀ। ਸੋ ਸਮਝ ਸਕਦੇ ਹੋ, ਬਹੁਤ ਵੱਡੀ ਗੱਲ ਜੇ। 97% ਦਾ ਮਤਲਬ ਲਗਭਗ ਸਾਰੇ ਰਿਕਵਰ ਹੋ ਜਾਣਗੇ। ਜੇ ਥੋੜੀ ਜਿਹੀ ਅਗਾਂਹ ਆਵੇ 40 ਸਾਲ ਤੋਂ ਵੱਧ ਤਾਂ 87% ਨੇ ਜਿਹੜੇ ਫਿਰ ਵੀ 5 ਸਾਲ ਦੀ ਉਮਰ ਭੋਗ ਜਾਂਦੇ ਨੇ। ਉਹਦੇ 'ਚ ਵੀ ਨਾਲ ਇੱਕ ਅਹਿਮ ਅਸੀਂ ਜੋ ਡਾਕਟਰੀ ਨੁਕਤਾ ਲਿਖਿਆ ਹੁੰਦਾ ਹੈ, ਇਫ ਦੇ ਆਰ ਕੇਅਰਡ ਵਿਦ ਲਵ, ਯਾਨੀ ਪਿਆਰ ਕਿਆ ਕਮਾਲ ਦੀ ਸ਼ੈ ਜੇ ਜਿਹੜੀ ਕਿਸੇ ਵੀ ਹੱਦ ਤੱਕ ਕਿਸੇ ਨੂੰ ਵੀ ਜ਼ਿੰਦਾ ਰਹਿਣ ਉੱਤੇ ਮਜਬੂਰ ਕਰ ਸਕਦੀ ਹੈ। ਤਾਂ ਤਿਰਸਕਾਰ ਅਸੀਂ ਨਹੀਂ ਸਹਿ ਸਕਦੇ ਤੇ ਪਿਆਰ ਤੇ ਮੁਹੱਬਤ ਦੀਆਂ ਤਰੰਗਾਂ ਕਮਾਲ ਹੀ ਕਰ ਦਿੰਦੀਆਂ ਨੇ। ਤਾਂ ਇਹ ਜੇ ਇੰਨੀ ਕੁ ਗੱਲ ਸਾਨੂੰ ਸਮਝ ਆ ਜਾਵੇ, ਕੇਅਰ, ਲਵ, ਕੰਪੈਸ਼ਨ, ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਇੱਕ ਸਾਂਝ ਅਜਿਹੀ ਗੰਢ ਦਿੰਦੀਆਂ ਨੇ ਜਿਹੜੀ ਸਾਡੀ ਡੋਰ ਜ਼ਿੰਦਗੀ ਨਾਲ ਜੁੜੀ ਨੂੰ ਤਗੜਾ ਕਰ ਦਿੰਦੀਆਂ। ਸੋ ਮੇਰੀ ਬੇਨਤੀ ਇਹੋ ਹੈ ਕਿ ਇਹ ਸੋਚ ਲੈਣਾ ਇਹਨੂੰ ਕੈਂਸਰ ਹੋਇਆ ਤੇ ਮੈਂ ਸਦੀਵੀ ਹਾਂ, ਮੈਨੂੰ ਕਦੇ ਵੀ ਕੋਈ ਰੋਗ ਨਹੀਂ ਹੋਣਾ, ਜੇ ਬਸ ਇੰਨਾ ਕੁ ਨੁਕਤਾ ਸਮਝ ਆ ਜਾਵੇ ਕਿ ਅਸੀਂ ਵੀ ਕੱਲ ਇਸ ਥਾਂ ਤੇ ਹੋ ਸਕਦੇ ਹਾਂ,
ਸੋ ਅੱਜ ਦਾ ਦਿਨ ਅਸੀਂ ਕਿਸੇ ਵੀ ਲੋੜਵੰਦ ਦੇ ਚਿਹਰੇ ਤੇ ਮੁਸਕਾਨ ਦਾ ਕਾਰਨ ਜੇ ਬਣ ਸਕਦੇ ਹਾਂ ਤਾਂ ਇਸ ਤੋਂ ਵੱਡਾ ਕੋਈ ਕਿਸੇ ਨੂੰ ਕੋਈ ਸੌਗਾਤ ਦੇ ਹੀ ਨਹੀਂ। ਦੇਖੋ ਨਾ, ਇਹ ਚੀਜ਼ ਤੁਸੀਂ ਕਿੰਨੇ ਹੀ ਖਰਬਾਪਤੀ ਹੋਵੋ, ਖਰੀਦ ਨਹੀਂ ਸਕਦੇ। ਸੋ ਜੇ ਤੁਸੀਂ ਤੁਹਾਡੇ ਦਿਲ ਵਿੱਚ ਪਿਆਰ ਹੈ, ਮੁਹੱਬਤ ਹੈ, ਤਾਂ ਫਿਰ ਤੁਸੀਂ ਉਹ ਚੀਜ਼ਾਂ ਦੇ ਸਕਦੇ ਹੋ। ਤੁਹਾਨੂੰ ਗਰੀਬ ਨਹੀਂ ਕੋਈ ਵੀ ਕਹਿ ਸਕਦਾ, ਇਸ ਤੋਂ ਅਮੀਰ ਕੋਈ ਬੰਦਾ ਹੈ ਹੀ ਨਹੀਂ। ਸੋ ਆਪਣੇ ਕੋਲ ਜੇ ਕੁਝ ਵੀ ਦੇਣ ਨੂੰ ਨਾ ਹੋਵੇ ਤਾਂ ਮਰੀਜ਼ਾਂ ਨਾਲ, ਜੋ ਇਹੋ ਜਿਹੇ ਲਾ ਇਲਾਜ ਬਿਮਾਰੀਆਂ ਨਾਲ ਜੂਝ ਰਹੇ ਨੇ, ਪਿਆਰ ਤੇ ਮੁਹੱਬਤ ਵੰਡਾਓ, ਬਹੁਤ ਜੇ। ਇਸ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਚਾਹੀਦਾ। ਜੀ ਬਿਲਕੁਲ, ਜਿੱਥੇ ਪਹਿਲੀਆਂ ਗੱਲਾਂ ਬਹੁਤ ਮਹੱਤਵਪੂਰਨ ਸੀ ਤੇ ਆਖਰੀ ਗੱਲ ਉਹਨਾਂ ਤੋਂ ਵੀ ਮਹੱਤਵਪੂਰਨ ਹੈ, ਕਿਉਂਕਿ ਇਹਦੇ ਵਿੱਚ ਨਾ ਦੇਣ ਵਾਲੇ ਦਾ ਕੋਈ ਖਰਚ ਹੋਣਾ ਬਹੁਤਾ, ਨਾ ਜਿਹਨੇ ਲੈਣਾ ਗਾ ਤੇ ਉਹਦਾ ਖਰਚ ਹੋਣਾ, ਤੇ ਨਾ ਹੀ ਇਹਦੇ ਨਾਲ ਕਿਸੇ ਦਾ ਜਿਹੜਾ ਉਹ ਨੁਕਸਾਨ ਹੈ। ਇਹਦੇ ਵਿੱਚ ਫਾਇਦਾ ਹੀ ਫਾਇਦਾ ਹੈ, ਔਰ ਜੇ ਉਹ ਕਿਸੇ ਦੀ ਜਾਨ ਫਾਇਦਾ ਬਚਾ ਸਕਦਾ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਕਿਸੇ ਨੂੰ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਡਾਕਟਰ ਸਾਹਿਬ ਸਾਡੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਜੀ। ਫਿਰ ਜੁੜਾਂਗੇ ਕਿਸੇ ਹੋਰ ਵਿਸ਼ੇ ਦੇ ਉੱਤੇ। ਸਤਿ ਸ੍ਰੀ ਅਕਾਲ। ਡਾਕਟਰ ਹਰਸ਼ਿੰਦਰ ਨਾਲ ਜੁੜੇ ਹੋਏ ਸੀ ਔਰ ਉਹਨਾਂ ਦੇ ਵੱਲੋਂ ਬੜੇ ਹੀ ਮਹੱਤਵਪੂਰਨ ਜੋ ਵਿਸ਼ਾ ਸੀਗਾ ਉਹਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ। ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਕੰਮ ਆਊਗੀ, ਇਹ ਜਾਣਕਾਰੀ ਤੁਹਾਡੇ ਜਾਣਨ ਵਾਲਿਆਂ ਦੇ ਕੰਮ ਆ ਸਕਦੀ ਹੈ। ਇਹ ਜਾਣਕਾਰੀ ਜਿਹੜੀ ਹੈ ਉਹ ਕਿਸੇ ਪੀੜਤ ਨੂੰ ਤੁਸੀਂ ਦੇ ਸਕਦੇ ਹੋ, ਤਾਂ ਜੋ ਉਹ ਜੇਕਰ ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਕਿਤੇ ਲੱਛਣ ਆਉਣ ਲੱਗ ਪਏ ਹੈ ਜਾਂ ਭਵਿੱਖ ਦੇ ਵਿੱਚ ਕਦੇ ਆ ਸਕਦੇ ਆ, ਤਾਂ ਘੱਟੋ ਘੱਟ ਆਪਾਂ ਨੂੰ ਇਸ ਚੀਜ਼ ਬਾਰੇ ਪਤਾ ਹੋਏ ਕਿ ਇਹਦੇ ਕਾਰਨ ਕੀ ਹੋ ਸਕਦੇ ਨੇ, ਔਰ ਆਪਾਂ ਸਮੇਂ ਸਿਰ ਜਾ ਕੇ ਉਸ ਦੇ ਟੈਸਟ ਕਰਾ ਕੇ ਤੇ ਉਸ ਬਿਮਾਰੀ ਨੂੰ ਜਿਹੜਾ ਉਹ ਹੋਣ ਤੋਂ ਪਹਿਲਾਂ, ਜਾਂ ਕਹਿ ਲਈਏ ਕਿ ਉਸ ਬਿਮਾਰੀ ਦੇ ਵਧਣ ਤੋਂ ਪਹਿਲਾਂ ਉਸ ਨੂੰ ਰੋਕ ਸਕੀਏ ਚੰਗਾ ਇਲਾਜ ਲੈ ਕੇ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਫਿਰ ਜੁੜਾਂਗੇ ਅਗਲੀ ਵਾਰ ਅਗਲੇ ਕਿਸੇ ਵਿਸ਼ੇ ਦੇ ਉੱਤੇ। ਧੰਨਵਾਦ। ਸਤਿ ਸ੍ਰੀ ਅਕਾਲ।